ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ। ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮੈਂ ਪ੍ਰਥਿਆ ਪਹੁੰਚਿਓ ਗੁਰੂ ਪਾਸ ਆਣ। ਹੇਤ ਸਨਮਾਨ ਕੋ ਉਠਿਆ ਕੀਨ ਬੰਦਨਾ। ਮధుਰ ਮਹਾਨ ਕੋ ਬਕਾਨ ਕੈ ਬਿਠਾਇਓ ਤੀਰ। ਆਪ ਤੇ ਅਧਿਕ ਕਰ ਜਾਣ ਦੁਖ ਕੰਦਣਾ। ਇਤਨੇ ਮੈਂ ਪ੍ਰਥਿਆ ਪਹੁੰਚਿਓ ਗੁਰੂ ਪਾਸ ਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ, ਵਾਲੀ ਏਕੋ ਲਾਲਮ ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਦਾਸ ਤੋਂ ਪਹਿਲਾਂ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਹਨ। ਬੇਅੰਤ ਹੀ ਸੰਗਤਾਂ ਸਤਿਗੁਰੂ ਜੀ ਦੇ ਦੀਦਾਰ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੀਆਂ ਨੇ, ਕੀਮਤੀ ਭੇਟਾਵਾਂ ਗੁਰੂ ਚਰਨਾਂ ਵਿੱਚ ਅਰਪਣ ਕਰਦੀਆਂ ਹਨ। ਜੋ ਮਨ ਦੀਆਂ ਭਾਵਨਾਵਾਂ ਹਨ ਸਤਿਗੁਰੂ ਜੀ ਦੇ ਦਰਸ਼ਨ ਕੀਤਿਆਂ ਉਹ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ। ਬਾਲ ਅਵਸਥਾ ਵਿੱਚ ਸ਼੍ਰੀ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੂੰ ਮਾਤਾ ਗੰਗਾ ਜੀ ਬੜੇ ਪਿਆਰ ਦੇ ਨਾਲ ਪਾਲਦੇ ਹਨ, ਬੇਅੰਤੀ ਬਾਲ ਚੋਜ ਸਤਿਗੁਰੂ ਜੀ ਕਰਦੇ ਨੇ। ਜਿਹੜੇ ਚੋਜ ਦੇਖ ਕੇ ਸਿੱਖ ਸੰਗਤਾਂ ਬਹੁਤ ਪ੍ਰਸੰਨ ਹੁੰਦੀਆਂ ਨੇ, ਜਾਣਦੀਆਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣਾ ਹੈ। ਦੂਸਰੇ ਪਾਸੇ ਬਾਬਾ ਪ੍ਰਿਥੀ ਚੰਦ, ਜਿਹੜੇ ਚਾਹੁੰਦੇ ਸੀ ਯਤਨਾਂ ਦੇ ਨਾਲ ਕਿ ਗੁਰਤਾ ਸਾਡੀ ਬੰਸ ਵਿੱਚ ਆਵੇ, ਸਾਨੂੰ ਸਿੱਖ ਸੰਗਤਾਂ ਪੂਜਣ, ਕੀਮਤੀ ਭੇਟਾਵਾਂ ਸਾਨੂੰ ਆਉਣ, ਬਸ ਮਨ ਵਿੱਚ ਇਹੋ ਲੋਭ ਸੀ। ਬਾਕੀ ਚੋਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਆਪਣੇ ਹਨ। ਸੋ ਖਿਡਾਵੇ ਹੱਥ ਜ਼ਹਿਰ ਦੇ ਕੇ ਭੇਜਿਆ ਸੀ, ਜਿਸ ਦਾ ਪਾਜ ਉਗਰ ਕੇ ਸਾਹਮਣੇ ਆਇਆ। ਜਿਸ ਤਰ੍ਹਾਂ ਕੂਕਰ ਨੇ ਜ਼ਹਿਰ ਖਾ ਕੇ, ਜ਼ਹਿਰ ਵਾਲਾ ਦਹੀਂ ਖਾ ਕੇ ਤੜਫ ਕੇ ਮਰਿਆ, ਉਸੇ ਤਰ੍ਹਾਂ ਇਸ ਦੁਸ਼ਟ ਖਿਡਾਵੇ ਦੀ ਵੀ ਦੇਖਦਿਆਂ ਦੇਖਦਿਆਂ ਦੇ ਪ੍ਰਾਣ ਨਿਕਲੇ ਨੇ। ਪਰ ਫਿਰ ਮਾਤਾ ਗੰਗਾ ਜੀ ਦੀ ਬੇਨਤੀ ਕਰਨ 'ਤੇ ਇਹਨੂੰ ਜੀਵਨ ਦਾਨ ਸਤਿਗੁਰਾਂ ਨੇ ਬਖਸ਼ਿਆ। ਸੁੱਧ ਵਿੱਚ ਆ ਕੇ ਇਸਨੇ ਸਾਰੀ ਵਾਰਤਾ ਦੱਸੀ ਹੈ ਕਿ ਪਾਪ ਕਰਮ ਮੇਰੇ ਪਾਸੋਂ ਪ੍ਰਿਥੀ ਚੰਦ ਨੇ ਆਪ ਕਰਵਾਇਆ। 500 ਰੁਪਇਆ ਦੇ ਕੇ ਮੇਰੀ ਜਿਹੜੀ ਬੁੱਧ ਸੀ ਉਹ ਲੋਭ ਵਸ ਹੋ ਗਈ। ਲੋਭ ਦਾ ਪ੍ਰੇਰਿਆ ਹੋਇਆ ਪਾਪ ਕਰਮ ਕਰਨ ਵਾਸਤੇ ਮੈਂ ਇੱਥੇ ਆਇਆ। ਕੱਲ੍ਹ ਰਾਤ ਹੀ ਉਹਨੇ ਮੈਨੂੰ ਜ਼ਹਿਰ ਦਿੱਤਾ, ਉਹਨੂੰ ਪੀਸ ਕੇ ਮੈਂ ਆਪਣੀ ਪੱਗ ਦੀ ਵਿੱਚ ਲਪੇਟ ਕੇ ਲਿਆਂਦਾ।
ਇੱਥੇ ਆ ਕੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਦੇਣ ਦਾ ਯਤਨ ਕੀਤਾ, ਪਰ ਤੁਹਾਡੇ ਸਪੁੱਤਰ ਜਿਨ੍ਹਾਂ ਵਿੱਚ ਕਰਾਮਾਤਾਂ ਨੇ, ਉਹਨਾਂ ਨੇ ਦਹੀਂ ਜ਼ਹਿਰ ਵਾਲਾ ਖਾਣ ਤੋਂ ਇਨਕਾਰ ਕਰ ਦਿੱਤਾ। ਇਹ ਮਹਾਰਾਜ ਸਾਰੀ ਵਾਰਤਾ ਹੈ। ਸੋ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਣ ਕੇ ਇਸ ਨੂੰ ਕਿਹਾ ਕਿ ਤੂੰ ਸਾਹਿਬਜ਼ਾਦੇ ਦਾ ਮੁੱਲ 500 ਰੁਪਈਆ ਪਾਇਆ, ਇਹਨਾਂ ਮਾੜਾ ਕਰਮ ਨੀਚ ਕਰਮ ਕੀਤਾ ਏ, ਗੁਰੂ ਘਰ ਵਿੱਚੋਂ ਤੈਨੂੰ ਅੰਨ ਮਿਲਦਾ ਏ, ਇੱਥੋਂ ਹੀ ਤੇਰਾ ਗੁਜ਼ਰਾਨ ਚੱਲਦਾ ਹੈ, ਇੱਥੋਂ ਤੈਨੂੰ ਧਨ ਇਤਿਆਦਿਕ ਮਿਲਦਾ ਏ, ਪਰ ਲੂਣ ਖਾ ਕੇ ਫਿਰ ਵੀ ਇਹ ਲੂਣ ਤੈਨੂੰ ਹਜਮ ਹੋਇਆ ਨਹੀਂ। ਉਸ ਵੇਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰਦੇਵ ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ, ਕਿਰਪਾ ਕਰੋ, ਹੁਣ ਮੇਰਾ ਵੱਡਾ ਜਿਹੜਾ ਔਗਣ ਸੀ, ਵੱਡੀ ਭੁੱਲ ਕਿਰਪਾ ਕਰਕੇ ਬਖਸ਼ ਦਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਿਨ੍ਹਾਂ ਦਾ ਬਿਰਧ ਹੈ ਪਤਤ ਉਦਾਹਰਣ ਸਤਿਗੁਰ ਮੇਰਾ। ਗੁਰਦੇਵ ਨੇ ਕਿਹਾ ਜਿਨ੍ਹਾਂ ਦਾ ਨਿਰਾਦਰ ਤੁਸੀਂ ਕੀਤਾ ਏ, ਕਰਨ ਦਾ ਯਤਨ ਕੀਤਾ, ਉਹਨਾਂ ਕੋਲੋਂ ਤੁਸੀਂ ਮੁਆਫੀ ਮੰਗੋ। ਤੇ ਫਿਰ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਇਹ ਜਿਹੜਾ ਦੁਸ਼ਟ ਸੀ ਗਿਆ, ਦੋਵੇਂ ਹੱਥ ਜੋੜ ਲਏ। ਗੁਰਦੇਵ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਆਪ ਜੀ ਪਤਤਾਂ ਨੂੰ ਪਾਵਨ ਕਰਨ ਵਾਲੇ ਹੋ, ਮੇਰੀ ਜਿਹੜੀ ਭੁੱਲ ਹੈ ਕਿਰਪਾ ਕਰਕੇ ਬਖਸ਼ ਦਿਓ। ਬਾਲ ਅਵਸਥਾ ਵਿੱਚ ਹਨ ਸਤਿਗੁਰੂ, ਪਰ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਰਜ਼ੀ, ਮਨ ਦੀ ਮਰਜ਼ੀ ਜਾਣ ਕੇ ਸਤਿਗੁਰਾਂ ਨੇ ਆਪਣੇ ਹਸਤ ਕਮਲ ਜਿਹੜੇ ਸੀ ਉਹ ਅੱਗੇ ਕੀਤੇ। ਸੰਗਤ ਜੀ, ਇਹ ਸਤਿਗੁਰੂ ਜੀ ਦੀ ਆਪਣੀ ਲੀਲਾ ਹੈ। ਜੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਹੈ ਕਿ ਇਸ ਦਹੀਂ ਦੇ ਵਿੱਚ ਜ਼ਹਿਰ ਹੈ, ਤੇ ਜਾਣਦੇ ਤਾਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖਾਰ ਆਪ ਵੀ ਨੇ, ਪਰ ਫਿਰ ਇਸ ਦਾ ਕੀਤਾ ਹੋਇਆ ਕਰਮ ਸਾਹਮਣੇ ਲਿਆਉਣ ਵਾਸਤੇ ਚੋਜ ਸਾਰਾ ਆਪ ਹੀ ਰਚਿਆ। ਤੇ ਫਿਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਦੋਵੇਂ ਆਪਣੇ ਕੋਮਲ ਜਿਹੜੇ ਹੱਥ ਸਨ ਉਹ ਇਸ ਦੇ ਸਿਰ ਦੇ ਉੱਤੇ ਰੱਖੇ ਤੇ ਇਹਨੂੰ ਬਖਸ਼ ਦਿੱਤਾ ਹੈ। ਕਵੀਰਾਜ ਜੀ ਕਹਿੰਦੇ ਨੇ ਕਿ ਐਸੀ ਏਕ ਗਰੀਬ ਨਿਵਾਜ ਗੁਰੂ ਬਿਨ ਆਨ ਕੇ ਬੀਚ ਕਹਾਂ ਵਡਿਆਈ। ਇੱਕ ਗੁਰੂ ਗਰੀਬ ਨਿਵਾਜ ਤੋਂ ਬਿਨਾਂ ਇਹ ਵਡਿਆਈ ਹੋਰ ਕਿਸੇ ਵਿੱਚ ਨਹੀਂ ਹੈ, ਕਿਉਂਕਿ ਬਖਸ਼ਣਹਾਰ ਤੇ ਸਤਿਗੁਰੂ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹਨ। ਹੁਣ ਗੁਰਦੇਵ ਨੇ ਇਸ ਖਿਡਾਵੇ ਨੂੰ ਕਿਹਾ ਏ ਕਿ ਤੈਨੂੰ ਜੀਵਨ ਦਾਨ ਮਿਲਿਆ ਏ, ਤੇ ਹੁਣ ਜਿਹੜਾ ਕੰਮ ਤੇਰੇ ਪਾਸੋਂ ਪ੍ਰਿਥੀ ਚੰਦ ਨੇ ਕਰਵਾਇਆ, ਇਹ ਸਾਰੀ ਗੱਲ ਤੂੰ ਹੁਣ ਪ੍ਰਿਥੀ ਚੰਦ ਦੇ ਸਾਹਮਣੇ ਕਹੀਂ। ਇਹ ਕਹਿਣ ਲੱਗਾ, ਮਹਾਰਾਜ ਮੇਰੇ ਤੋਂ ਬਹੁਤ ਵੱਡੀ ਭੁੱਲ ਹੋਈ ਤੇ ਪ੍ਰਿਥੀ ਚੰਦ ਨੇ ਪਾਪ ਕਰਵਾਇਆ, ਮੈਂ ਸਾਰੀ ਗੱਲ ਪ੍ਰਿਥੀ ਚੰਦ ਦੇ ਸਾਹਮਣੇ ਕਹਾਂਗਾ। ਗੁਰਦੇਵ ਨੇ ਇਸ ਨੂੰ ਕਹਿ ਦਿੱਤਾ, ਤੂੰ ਚੁਬਾਰੇ ਵਿੱਚ ਚੱਲ, ਇੱਕ ਘੜੀ ਉੱਥੇ ਬੈਠ, ਜਦੋਂ ਪ੍ਰਿਥੀ ਚੰਦ ਆਵੇਗਾ ਫਿਰ ਅਸੀਂ ਆਪ ਹੀ ਤੈਨੂੰ ਆਵਾਜ਼ ਦੇ ਕੇ ਬੁਲਾਵਾਂਗੇ। ਇਹ ਉੱਧਰ ਬੈਠ ਗਿਆ। ਇੱਧਰ ਸੇਵਕ ਸਿੱਖ ਨੂੰ ਸਤਿਗੁਰੂ ਜੀ ਨੇ ਭੇਜਿਆ ਕਿ ਜਾਓ ਤੇ ਸਾਡੇ ਭਰਾ ਨੂੰ ਬੜੇ ਅਦਬ ਤੇ ਸਤਿਕਾਰ ਦੇ ਨਾਲ ਪ੍ਰਿਥੀ ਚੰਦ ਨੂੰ ਸਾਡੇ ਪਾਸ ਲੈ ਕੇ ਆਓ। ਉਹ ਸਿੱਖ ਗਿਆ, ਪ੍ਰਿਥੀ ਚੰਦ ਨੂੰ ਜਾ ਕੇ ਜਿਹੜਾ ਸੀ ਉਹਦਾ ਅਦਬ ਸਤਿਕਾਰ ਕੀਤਾ, ਤੇ ਫਿਰ ਕਿਹਾ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਤੁਹਾਨੂੰ ਬੁਲਾਉਂਦੇ ਨੇ। ਬਾਬੇ ਪ੍ਰਿਥੀ ਚੰਦ ਦੇ ਮਨ ਵਿੱਚ ਖਿਆਲ ਹੀ ਨਹੀਂ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਸਭ ਜਾਣਗੇ ਹੋਣਗੇ, ਕਿਉਂਕਿ ਉਹ ਗੁਰੂ ਵਾਲੀ ਭਾਵਨਾ ਨਹੀਂ ਸੀ ਨਾ। ਜੇ ਗੁਰੂ ਵਾਲੀ ਭਾਵਨਾ ਹੋਵੇ, ਪ੍ਰਤੱਖਾਰ ਵਾਲੀ ਭਾਵਨਾ ਹੁੰਦੀ, ਤੇ ਇਸ ਤਰ੍ਹਾਂ ਦਾ ਮਾੜਾ ਕੰਮ ਨਹੀਂ ਸੀ ਕਰਨਾ। ਪਰ ਜਦੋਂ ਬੰਦਾ ਪਾਪ ਕਰਦਾ ਹੈ ਫਿਰ ਸਾਰੇ ਧਰਮ ਦੇ ਕਰਮ ਭੁਲਾ ਦਿੰਦਾ ਹੈ। ਬੜਾ ਖੁਸ਼ ਹੋਇਆ, ਸੋਚਿਆ ਕੋਈ ਭਾਣਾ ਵਰਤ ਗਿਆ ਹੋਵੇਗਾ। ਸੇਵਕ ਨੂੰ ਪੁੱਛਦਾ ਕੰਮ ਕੀ ਹੈ, ਤੇ ਸੇਵਕ ਕਹਿੰਦਾ ਕਿ ਮੈਨੂੰ ਪਤਾ ਨਹੀਂ, ਪਰ ਗੁਰੂ ਸਾਹਿਬ ਜੀ ਨੇ ਤੁਹਾਨੂੰ ਬੁਲਾਇਆ ਹੈ। ਇੱਥੋਂ ਤੱਕ ਆਪਾਂ ਕੱਲ੍ਹ ਕਥਾ ਸਰਵਣ ਕੀਤੀ ਸੀ। ਆਓ ਗੁਰੂ ਸੰਗਤ ਜੀ, ਜਿਸ ਤਰ੍ਹਾਂ ਅੱਗੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਕੌਤਕਾਂ ਦੀ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ, ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀਏ। ਆਪ ਸਮੁੱਚੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਸਾਰੇ ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮੈਂ ਪ੍ਰਿਥਿਆ ਪਹੁੰਚਿਓ ਗੁਰੂ ਪਾਸ ਆਣ। ਬਾਬਾ ਪ੍ਰਿਥੀ ਚੰਦ ਸੁਨੇਹਾ ਮਿਲਿਆ ਸੇਵਕ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭੇਜਿਆ ਸੀ, ਤੇ ਉਹ ਸੇਵਕ ਦੇ ਨਾਲ, ਸਿੱਖ ਦੇ ਨਾਲ ਬਾਬਾ ਪ੍ਰਿਥੀ ਚੰਦ ਬੜਾ ਪ੍ਰਸੰਨ ਹੋਇਆ।
ਤੇ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆਇਆ ਹੈ। ਹੇਤ ਸਨਮਾਨ ਕੇ ਉਠੇ ਹੈ ਕੀਨ ਬੰਦਣਾ। ਸਤਿਗੁਰੂ ਜੀ ਨੇ ਫਿਰ ਵੀ ਵੱਡੇ ਭਰਾ ਹੋਣ ਦਾ ਅਦਬ ਰੱਖਿਆ, ਕਿਉਂਕਿ ਪਹਿਲਾਂ ਤੋਂ ਹੀ ਗੁਰੂ ਸਾਹਿਬ ਜੀ ਨੇਮ ਨਿਭਾਉਂਦੇ ਸਨ। ਭਾਵੇਂ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਪਾਸੋਂ ਆਪ ਜੀ ਨੂੰ ਮਿਲੀ ਹੈ, ਪਰ ਘਰ ਵਿੱਚੋਂ ਵੱਡਾ ਪ੍ਰਿਥੀ ਚੰਦ ਹੈ ਇਸ ਦਾ ਅਦਬ ਰੱਖਦੇ ਸੀ। ਇਸ ਲਈ ਪਹਿਲਾਂ ਵਾਂਗੂ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਰਿਆਦਾ ਪੁਰਸ਼ੋਤਮ ਨੇ। ਸੋ ਸਤਿਗੁਰੂ ਜੀ ਨੇ ਉੱਠ ਕੇ ਵੱਡੇ ਭਰਾ ਹੋਣ ਦਾ ਜਿਹੜਾ ਅਦਬ ਸੀ ਉਹ ਰੱਖਿਆ ਹੈ, ਕਿਉਂਕਿ ਜਿਹੜੇ ਸੰਤ ਜਨ ਨੇ, ਮਹਾਂਪੁਰਖ ਕਮਾਈ ਵਾਲੇ ਨੇ, ਉਹ ਸੰਗਤ ਜੀ ਆਪਣਾ ਸੁਭਾਅ ਨਹੀਂ ਛੱਡਦੇ। ਭਾਵੇਂ ਜਿਸ ਤਰ੍ਹਾਂ ਦੁਸ਼ਟ ਬੰਦਾ ਦੁਸ਼ਟ ਪੁਣਾ ਕਰਨ ਤੋਂ ਹਟਦਾ ਨਹੀਂ, ਮਾੜਾ ਕੰਮ ਕਰਨ ਤੋਂ ਹਟਦਾ ਨਹੀਂ, ਕਿਉਂਕਿ ਉਹਦਾ ਸੁਭਾਅ ਹੀ ਬਣ ਜਾਂਦਾ ਹੈ। ਇਸ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਸੁਭਾਅ ਹੁੰਦਾ ਹੈ ਖਿਮਾ, ਦਇਆ, ਅਹਿੰਸਾ। ਇਹ ਗੁਣ ਜਿਹੜੇ ਨੇ ਧਰਮੀਆਂ ਵਿੱਚ ਹੁੰਦੇ ਨੇ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਵੀ ਇਹਦਾ ਅਦਬ ਰੱਖਿਆ, ਉੱਠ ਕੇ ਸਤਿਗੁਰਾਂ ਨੇ ਸਤਿਕਾਰ ਕੀਤਾ ਹੈ। ਮధుਰ ਮਹਾਨ ਕੋ ਬਖਾਨ ਕੈ ਬਿਠਾਇਓ ਤੀਰ। ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਨੇ ਮਿੱਠੇ ਬੋਲ ਬੋਲ ਕੇ ਇਹਨੂੰ ਕੋਲ ਬਿਠਾ ਲਿਆ। ਇੱਕ ਸਾਰ ਕਿਤਾਵਲੀ ਗ੍ਰੰਥ ਦੇ ਕਰਤਾ ਲਿਖਦੇ ਨੇ ਕਿ ਉਪਕਾਰੀ ਪਿਆਰੀ ਗਿਰਾ ਕਰੈ ਕਿਰਤਮ ਪ੍ਰੀਤ। ਜਿਹੜੇ ਸੰਤ ਜਨ ਹੁੰਦੇ ਨੇ ਨਾ, ਉਪਕਾਰ ਕਰਨ ਵਾਸਤੇ ਆਉਂਦੇ ਨੇ ਤੇ ਰਸਨਾ ਦੇ ਵਿੱਚ ਬੜੀ ਮਿਠਾਸ ਹੁੰਦੀ। ਉਹਨਾਂ ਦੀ ਰਸਨਾ ਵਿੱਚ ਇੰਨੀ ਖਿੱਚ ਹੁੰਦੀ ਹੈ, ਇੰਨਾ ਪਿਆਰ ਹੁੰਦਾ ਹੈ ਕਿ ਦੂਜਿਆਂ ਦੇ ਅੰਦਰੋਂ ਵੀ ਜਿਹੜੀ ਈਰਖਾ ਦੀ ਅੱਗ ਹੈ ਉਹਨੂੰ ਬੁਝਾ ਦਿੰਦੇ। ਉਪਕਾਰੀ ਪਿਆਰੀ ਗਿਰਾ ਕਰੈ ਅਕਿਰਤਮ ਪ੍ਰੀਤ। ਅਕਿਰਤਮ ਹੁੰਦਾ ਹੈ ਕੀਤੀ ਨੂੰ ਜਿਹੜਾ ਭੁੱਲ ਜਾਵੇ, ਉਹਨੂੰ ਕਿਰਤ ਕਣ ਕਹਿੰਦੇ ਨੇ। ਪਰ ਸੰਤ ਜਨ ਉਹਨਾਂ ਨਾਲ ਵੀ ਪਿਆਰ ਕਰਦੇ ਨੇ। ਹੁਣ ਕੋਈ ਕਵੇ ਕਿ ਇਹ ਆਪਣਾ ਸੁਭਾਅ ਬਦਲਦੇ ਕਿਉਂ ਨਹੀਂ? ਉਹ ਗ੍ਰੰਥ ਦਾ ਕਰਤਾ ਲਿਖਦਾ ਹੈ ਕਿ ਸੰਤਨ ਇਹੀ ਸੁਭਾਵ ਹੈ ਸਸ ਸੀਤਲ ਕਿਨ ਕੀ। ਇਹ ਤਾਂ ਸੰਤਾਂ ਦਾ ਸੁਭਾਅ ਹੈ। ਜਿਸ ਤਰ੍ਹਾਂ ਚੰਦਰਮਾ ਨੂੰ ਠੰਡਾ ਕਿਸ ਨੇ ਕੀਤਾ ਹੈ? ਠੰਡਾ ਰਹਿਣਾ ਉਹਦੇ ਵਿੱਚ ਆਪਣਾ ਗੁਣ ਹੈ, ਉਹਦਾ ਸੁਭਾਅ ਹੈ ਚੰਦਰਮਾ ਦਾ ਠੰਡਕ ਦੇਣਾ। ਇਸ ਤਰ੍ਹਾਂ ਸੰਤਾਂ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਆਪਣਾ ਸੁਭਾਅ ਛੱਡਦੇ ਨੇ। ਇਹ ਬਾਬਾ ਪ੍ਰਿਥੀ ਚੰਦ ਆਏ, ਗੁਰੂ ਸਾਹਿਬ ਨੇ ਉੱਠ ਕੇ ਅਦਬ ਦਿੱਤਾ ਹੈ। ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਨੇ ਇਹਨੂੰ ਬੋਲ ਬੋਲੇ ਹਨ। ਆਪ ਤੇ ਅਧਿਕ ਕਰ ਜਾਣ ਦੁਖ ਕੰਦਣਾ। ਹਾਂ, ਦੁੱਖਾਂ ਦੇ ਕੰਦਨ, ਦੁੱਖਾਂ ਦੇ ਬਦਲ, ਦੁੱਖਾਂ ਨੂੰ ਕੱਟਣ ਵਾਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਤੋਂ ਵੱਡਾ ਜਾਣਿਆ ਬਾਬੇ ਪ੍ਰਿਥੀ ਚੰਦ ਨੂੰ। ਨਮਰ ਹੋਏ ਬੋਲੇ ਪ੍ਰਾਤ ਹਮਰੇ ਵਿਸਾਲ ਤੁਮ। ਤੇ ਬੜੀ ਨਿਮਰਤਾ ਦੇ ਵਿੱਚ ਸਤਿਗੁਰੂ ਬਾਬੇ ਪ੍ਰਿਥੀ ਚੰਦ ਨੂੰ ਕਹਿੰਦੇ ਨੇ ਕਿ ਭਰਾ ਜੀ ਤੁਸੀਂ ਸਾਡੇ ਤੋਂ ਵੱਡੇ ਹੋ। ਭਾਵ ਸਾਡੇ ਸਾਰਿਆਂ ਤੋਂ, ਘਰ ਦੇ ਵਿੱਚੋਂ ਸਾਰਿਆਂ ਤੋਂ ਵੱਡੇ ਹੋ। ਭਰਾਤ ਹਮਰੇ ਵਿਸਾਲ ਤੁਮ ਆਦਰ ਸਥਾਨ ਸਦਾ ਕਹੈ ਹਮ ਮੰਦਣਾ। ਤੇ ਤੁਸੀਂ ਸਾਡੇ ਤੋਂ ਵੱਡੇ ਹੋ, ਵੱਡੇ ਥਾਂ ਤੇ ਹੋ, ਤੇ ਅਸੀਂ ਕਦੇ ਵੀ ਤੁਹਾਨੂੰ ਕੋਈ ਮਾੜਾ ਸ਼ਬਦ ਨਹੀਂ ਕਿਹਾ। ਹਮੇਸ਼ਾ ਤੁਹਾਡਾ ਅਦਬ ਰੱਖਿਆ, ਤੁਹਾਡਾ ਸਤਿਕਾਰ ਰੱਖਿਆ ਹੈ। ਦਵੈਸ਼ ਕੋ ਨਾ ਲੇਸ਼ ਲਖ ਆਪ ਤੇ ਵਿਸ਼ੇਸ਼ ਹਮ। ਸਾਡੇ ਮਨ ਵਿੱਚ ਰੱਤੀ ਜਿੰਨੀ ਵੀ ਤੁਹਾਡੇ ਪ੍ਰਤੀ ਦਵੈਸ਼ ਨਹੀਂ ਹੈ, ਈਰਖਾ ਨਹੀਂ ਹੈ, ਤੇ ਆਪਣੇ ਤੋਂ ਅਸੀਂ ਤੁਹਾਨੂੰ ਵੱਡਾ ਜਾਣਦੇ ਹਾਂ। ਜਾਣਤ ਅਸ਼ੇਸ਼ ਤੁਮ ਬਣਤ ਬਿਲਾਂਦਣਾ। ਅਸੀਂ ਤੁਹਾਨੂੰ ਹਮੇਸ਼ਾ ਵੱਡਾ ਜਾਣਦੇ ਹਾਂ, ਵੱਡਾ ਮੰਨ ਕੇ ਸਤਿਕਾਰ ਦਿੰਦੇ ਹਾਂ, ਪਰ ਤੁਸੀਂ ਵੱਡੇ ਬਣਦੇ ਨੇ। ਕਈ ਵਾਰੀ ਬੰਦੇ ਦਾ ਸੁਭਾਅ ਐਸਾ ਹੁੰਦਾ ਹੈ ਕਿ ਉਹਦਾ ਜਿੰਨਾ ਮਰਜ਼ੀ ਕੋਈ ਅਦਬ ਸਤਿਕਾਰ ਕਰੇ, ਹੁਣ ਵੱਡੇ ਨੂੰ ਵੀ ਆਪਣੇ ਫਰਜ਼ ਪਛਾਣਨੇ ਚਾਹੀਦੇ ਨੇ ਕਿ ਮੈਂ ਜੇ ਘਰ ਵਿੱਚੋਂ ਵੱਡਾ ਤੇ ਮੇਰਾ ਸਤਿਕਾਰ ਅਦਬ ਰੱਖਦੇ ਨੇ, ਤੇ ਫਿਰ ਮੇਰੇ ਕੀ ਫਰਜ਼ ਨੇ, ਮੈਂ ਉਹ ਆਪਣੇ ਫਰਜ਼ ਪਛਾਣ। ਪਰ ਇਹਨਾਂ ਵੀ ਮਾਣ ਹੰਕਾਰ ਵਿੱਚ ਭੁੱਲ ਹੀ ਨਾ ਜਾਵੇ ਕਿ ਕਿਸੇ ਨੂੰ ਕੁਝ ਸਮਝੇ ਹੀ ਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਿ ਤੁਸੀਂ ਘਰ ਵਿੱਚੋਂ ਵੱਡੇ, ਅਸੀਂ ਤੁਹਾਨੂੰ ਆਪਣਾ ਵੱਡਾ ਭਰਾ ਜਾਣ ਕੇ ਸਤਿਕਾਰ ਦਿੰਦੇ ਹਾਂ, ਪਰ ਤੁਸੀਂ ਵੱਡੇ ਬਣਦੇ ਨਹੀਂ, ਕਿਉਂਕਿ ਤੁਹਾਨੂੰ ਆਪਣੇ ਫਰਜ਼ ਭੁੱਲੇ ਹੋਏ ਹਨ। ਵੱਡੋ ਪ੍ਰਾਤ ਪਿਤਾ ਕੇ ਸਮਾਨ ਜਗ ਜਾਣਤ ਜਤ। ਇਹ ਸਾਰਾ ਸੰਸਾਰ ਜਾਣਦਾ ਕਿ ਜਿਹੜਾ ਵੱਡਾ ਭਰਾ ਹੁੰਦਾ ਹੈ ਨਾ, ਉਹ ਪਿਤਾ ਦੇ ਸਮਾਨ ਹੁੰਦਾ ਹੈ। ਹਿਤ ਕੋ ਕਰਤ ਇਹੀ ਬਾਰਤਾ ਪ੍ਰਮਾਣ ਕੀ। ਤੇ ਇਸ ਤਰ੍ਹਾਂ ਹਿਤ ਕੋ ਕਰਤ ਇਹੀ ਬਾਰਤਾ ਪ੍ਰਮਾਣ ਕੀ। ਤੁਸੀਂ ਆਪਣਾ ਹਿੱਤ ਇਹਦੇ ਵਿੱਚ ਹੀ ਜਾਣਦੇ ਹੋ, ਤੇ ਫਿਰ ਤੁਸੀਂ ਇਹ ਗੱਲ ਨੂੰ ਸਮਝਦੇ ਕਿਉਂ ਨਹੀਂ ਹੋ? ਬੈਰ ਮਨ ਠਾਨੇ ਤੋਂ ਹਮਾਰੇ ਸੰਗ ਹੋਏ ਤੇਰੋ। ਤੇ ਬੈਰ ਜੇ ਤੁਹਾਡਾ ਸਾਡੇ ਨਾਲ ਕੋਈ ਹੋਵੇ ਤੇ ਸਾਡੇ ਨਾਲ ਹੀ ਰੱਖੋ। ਬਾਲ ਕੇ ਅਦੋਸ਼ ਨਹੀਂ ਮ੍ਰਿਤੂ ਸਤਰ ਜਾਣ ਕੀ। ਪਰ ਉਹ ਜਿਹੜਾ ਬਾਲ ਹੈ, ਸਾਡਾ ਪੁੱਤਰ ਹੈ, ਉਹ ਤਾਂ ਬਹੁਤ ਛੋਟਾ ਹੈ ਨਾ, ਉਹਨੂੰ ਤੇ ਪਤਾ ਹੀ ਨਹੀਂ ਹੈ ਕਿ ਕੌਣ ਵੈਰੀ ਹੈ, ਕੌਣ ਆਪਣਾ ਤੇ ਕੌਣ ਬੇਗਾਨਾ ਹੈ। ਜੇ ਸਾਡੇ ਨਾਲ ਤੁਹਾਡੀ ਕੋਈ ਈਰਖਾ ਹੈ, ਸਾਡੇ ਨਾਲ ਕੋਈ ਵੈਰ ਹੈ, ਤੇ ਫਿਰ ਸਾਡੇ ਨਾਲ ਹੀ ਰੱਖੋ। ਪਰ
ਸ਼੍ਰੀ ਹਰਗੋਬਿੰਦ ਸਾਹਿਬ ਉਹ ਤਾਂ ਬਾਲ ਅਵਸਥਾ ਵਿੱਚ ਨੇ, ਤੇ ਜਿਹੜਾ ਬੱਚਾ ਹੁੰਦਾ ਹੈ ਉਹਨੂੰ ਨਹੀਂ ਪਤਾ ਹੁੰਦਾ ਕਿ ਕੌਣ ਆਪਣਾ ਤੇ ਕੌਣ ਬਗਾਨਾ ਹੈ। ਖੋਟੋ ਕਾਮ ਕੀਨ ਬਿਖ ਦਦੀ ਸੋ ਦਿਵਾਏ ਦੀਨਾ। ਐ ਭਰਾ ਜੀ ਤੁਸੀਂ ਬਹੁਤ ਖੋਟਾ ਕੰਮ ਕੀਤਾ ਹੈ ਕਿ ਦਹੀਂ ਵਿੱਚ ਜ਼ਹਿਰ ਪਾ ਕੇ ਉਹਨੂੰ ਦੇ ਕੇ ਖਤਮ ਕਰਾਉਣਾ ਚਾਹਿਆ ਹੈ। ਵਿਪਰ ਕੋ ਲੋਭਾਏ ਲੀਨ ਪ੍ਰੇਰਿਓ ਦੂਰ ਥਾਨ ਬਾਣ ਕੀ। ਜਿਹੜਾ ਵਿਪਰ ਖਡਾਵਾ ਸੀ ਉਹਨੂੰ ਤੁਸੀਂ ਧਨ ਦੇ ਕੇ ਤੇ ਉਹਦੀ ਮੱਤ ਜਿਹੜੀ ਸੀ ਉਹ ਲੋਭੀ ਬਣਾ ਦਿੱਤੀ, ਤੇ ਉਹ ਇਸ ਲੋਭ ਕਰਕੇ ਉਹਦੀ ਜਿਹੜੀ ਬੁੱਧੀ ਸੀ ਪਾਪ ਕਰਨ ਵਾਸਤੇ ਪ੍ਰੇਰੀ ਗਈ ਹੈ। ਲਾਜ ਨਾ ਜਹਾਨ ਕੀ ਨਾ ਕੀਲ ਕੁਰਨ ਕਾਨ ਕੀ। ਤੇ ਤੁਸੀਂ ਇਹ ਸੰਸਾਰ ਦੀ ਜਿਹੜੀ ਲਾਜ ਸੀ ਕਨੌਟ ਨਹੀਂ ਰੱਖੀ, ਨਾ ਹੀ ਆਪਣੇ ਕੁੱਲ ਨੂੰ ਨਾਸ ਹੋਣ ਬਾਰੇ ਸੋਚਿਆ ਕਿ ਸਾਡੀ ਕੁੱਲ ਦਾ ਹਾਲ ਕੀ ਹੋਵੇਗਾ। ਨਾ ਰੀਤ ਦਇਆਵਾਨ ਕੀ ਨਾ ਪਾਪ ਕੀ ਪਛਾਣ ਕੀ। ਤੁਹਾਡੇ ਮਨ ਵਿੱਚ ਦਇਆ ਵਾਲੀ ਕੋਈ ਗੱਲ ਨਹੀਂ ਹੈ ਤੇ ਤੁਸੀਂ ਪਛਾਣਿਆ ਹੀ ਨਹੀਂ ਕਿ ਕੀ ਇਹ ਜਿਹੜਾ ਮੈਂ ਕੰਮ ਕਰਨ ਲੱਗਾ ਇਹਦੇ ਵਿੱਚ ਕਿੰਨਾ ਵੱਡਾ ਪਾਪ ਹੈ। ਦਇਆ ਤੇ ਕਹਿੰਦੀ ਹੈ ਕਿ ਦੂਜੇ ਦਾ ਵੀ ਭਲਾ ਕਰੋ, ਤੇ ਫਿਰ ਬੱਚੇ ਉੱਤੇ ਐਸਾ ਉਹਦੇ ਨਾਲ ਕੋਈ ਮਾੜਾ ਵਿਵਹਾਰ ਕਰਨਾ ਇਹ ਤਾਂ ਧਰਮੀਆਂ ਵਾਲੀ ਗੱਲ ਨਹੀਂ ਹੈ। ਤੇ ਦਇਆ ਤੇ ਦੂਜਿਆਂ ਉੱਤੇ ਵੀ ਤਰਸ, ਦੂਜਿਆਂ ਦਾ ਵੀ ਭਲਾ ਕਰਦੀ ਹੈ, ਪਰ ਤੁਸੀਂ ਆਪਣੇ ਹੋ ਕੇ ਵੀ ਇੰਨਾ ਵੱਡਾ ਪਾਪ ਕਰਮ ਕਰਨਾ ਚਾਹਿਆ ਹੈ। ਜਮ ਕੋ ਨਾ ਜਾਣਿਓ ਨਾ ਕਲੰਕ ਕੋ ਪ੍ਰਮਾਨਿਓ ਹੋਆ। ਨਾ ਹੀ ਤੁਸੀਂ ਜਾਣਿਆ ਕਿ ਅੱਗੇ ਇਹ ਮੈਂ ਮਾੜਾ ਕੰਮ ਕਰਾਂਗਾ ਤੇ ਫਿਰ ਪਰਲੋਕ ਦੇ ਵਿੱਚ ਮੇਰਾ ਕੀ ਹਾਲ ਹੋਵੇਗਾ। ਨਾ ਹੀ ਇਹ ਤੁਸੀਂ ਸੋਚਿਆ ਕਿ ਇਹ ਕੰਮ ਕਰਕੇ ਮੇਰੇ ਮੱਥੇ ਤੇ ਕਲੰਕ ਲੱਗੇਗਾ। ਅਜਾਨ ਹਿਤ ਹਾਨਿਓ ਕਾਜ ਠਾਨਿਓ ਮਤ ਮੰਦ ਕੋ। ਅਣਜਾਣ ਹੋ ਕੇ ਮਾੜਾ ਕੰਮ ਕੀਤਾ ਹੈ, ਬਸ ਇਸੇ ਵਿੱਚ ਹੀ ਤੁਸੀਂ ਜਿਹੜਾ ਸੀ ਉਹ ਆਪਣਾ ਹਿੱਤ ਸਮਝਿਆ। ਰਾਖੇ ਗੁਰੂ ਨਾਨਕ ਸਹਾਏ ਪਏ ਆਣ ਕਰ। ਬੜਾ ਮਾੜਾ ਕੰਮ ਤੁਸੀਂ ਕਰਨਾ ਚਾਹਿਆ, ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਰੱਖਿਆ ਕੀਤੀ ਹੈ, ਉਹਨਾਂ ਨੇ ਸਾਡੀ ਸਹਾਇਤਾ ਕੀਤੀ ਹੈ। ਤੇਰੇ ਮੁਖ ਕਾਲਖ ਲਗਾਈ ਜਿਮ ਚੰਦ ਕੋ। ਹੈ ਪ੍ਰਿਥੀ ਚੰਦ ਤੇਰੇ ਮੂੰਹ ਉੱਤੇ ਇਸ ਤਰ੍ਹਾਂ ਕਾਲਖ ਲਾ ਦਿੱਤੀ ਹੈ, ਜਿਸ ਤਰ੍ਹਾਂ ਚੰਦਰਮਾ ਦੇ ਉੱਤੇ ਲੱਗਾ ਕਲੰਕ ਜਿਹੜਾ ਅਮਿਟ ਹੈ ਨਾ, ਉਹ ਸਦਾ ਵਾਸਤੇ ਕਲੰਕ ਲੱਗਾ ਹੋਇਆ। ਇਸੇ ਤਰ੍ਹਾਂ ਦਾ ਜਿਹੜਾ ਕਲੰਕ ਸੀ ਇਹ ਕੰਮ ਕਰਕੇ ਤੇਰੇ ਮੱਥੇ ਤੇ ਲੱਗਾ ਹੈ। ਮਿਟੈ ਨਾ ਪਖਾਰੀ ਦਿਨੋ ਦਿਨ ਹੋਏ ਕਾਰੀ ਬਹੁ। ਤੇ ਇਹ ਜਿਹੜੀ ਕਾਲਖ ਲੱਗੀ ਹੈ ਇਹ ਧੋਤਿਆਂ ਵੀ ਉਤਰਨੀ ਨਹੀਂ। ਕਈ ਵਾਰੀ ਕੋਈ ਕੰਮ ਕਰਦਿਆਂ ਕਾਲਖ ਲੱਗੇ ਤੇ ਬੰਦਾ ਪਾਣੀ ਦੇ ਨਾਲ, ਚੰਗੇ ਸਾਬਣ ਦੇ ਨਾਲ ਉਹ ਕਾਲਖ ਧੋ ਲੈਂਦਾ ਹੈ, ਪਰ ਮਾੜਾ ਕੰਮ ਕਰਕੇ, ਕਰਤੂਤ ਮਾੜੀ ਕਰਕੇ ਐਸੀ ਕਾਲਖ ਲੱਗਦੀ ਹੈ ਫਿਰ ਉਹ ਧੋਤਿਆਂ ਵੀ ਉਤਰਦੀ ਨਹੀਂ। ਉਹ ਕਾਲਖ ਫਿਰ ਦਿਨੋਂ ਦਿਨ ਵੱਧਦੀ ਜਾਂਦੀ। ਜਿਉਂ-ਜਿਉਂ ਅੱਗੇ ਪਤਾ ਲੱਗਦਾ ਹੈ ਇਹ ਮਾੜਾ ਕੰਮ ਕੀਤਾ ਕਹਿੰਦੇ ਫਲਾਣੇ ਨੇ, ਇਸ ਤਰ੍ਹਾਂ ਹੌਲੀ-ਹੌਲੀ ਸਮਾਜ ਵਿੱਚ, ਸੰਸਾਰ ਵਿੱਚ ਉਹ ਕਾਲਖ ਵੱਧਦੀ ਹੀ ਜਾਂਦੀ ਹੈ। ਆਪੋ ਜਸ ਭਾਰੀ ਦੁਖ ਕਾਰੀ ਲੈ ਬਿਲੰਦ ਕੋ। ਵੱਡਾ ਜਿਹੜਾ ਆਪਜਸ ਇਹਦੇ ਕਰਕੇ ਤੂੰ ਲਵੇਂਗਾ, ਇਹ ਜਿਹੜੀ ਭਾਰੀ ਕਾਲਖ ਆਪਣੇ ਮੱਥੇ ਉੱਤੇ ਲਵਾ ਲਈ ਹੈ। ਹੰਸਨ ਕੀ ਕੀਚ ਜਿਮ ਕਾਲਮ ਕਮਲ ਬੀਚ। ਤੇ ਜਿਸ ਤਰ੍ਹਾਂ ਹੰਸਾਂ ਦਾ ਨਿਵਾਸ ਜਿਹੜਾ ਹੈ ਉਹ ਮਾਨ ਸਰੋਵਰ ਤੇ ਹੁੰਦਾ ਹੈ, ਪਰ ਉਹ ਚਿੱਕੜ ਤੋਂ ਦੂਰ ਰਹਿੰਦੇ ਨੇ, ਤੇ ਕਮਲ ਜਿਹੜੇ ਨੇ ਉਹਨਾਂ ਦੀ ਬੜੀ ਜ਼ਿਆਦਾ ਸੰਸਾਰ ਦੇ ਵਿੱਚ ਉਪਮਾ ਹੈ ਕਮਲ ਦੇ ਫੁੱਲਾਂ ਦੀ। ਪਰ ਜਿਹੜਾ ਚਿੱਕੜ ਹੈ ਜਾਂ ਜਿਹੜਾ ਜਾਲਾ ਹੈ ਉਹ ਕਮਲ ਨੂੰ ਕਿਸੇ ਨਾ ਕਿਸੇ ਤਰੀਕੇ ਉਹਦੇ ਉੱਤੇ ਲੱਗ ਕੇ ਉਹਨੂੰ ਕਲੰਕਿਤ ਕਰਨ ਦਾ ਯਤਨ ਕਰਦਾ ਹੈ। ਤਿਮ ਬੁੱਧ ਨੀਚ ਤੇਰੀ ਕਰੈ ਛੰਦ ਬੰਦ ਕੋ। ਇਸੇ ਤਰ੍ਹਾਂ ਤੇਰੀ ਬੁੱਧੀ ਵੀ ਨੀਵੀਂ ਹੈ, ਜਿਸ ਤਰ੍ਹਾਂ ਹੰਸਾਂ ਦੇ ਅੱਗੇ ਚਿੱਕੜ, ਕਮਲ ਦੇ ਅੱਗੇ ਜਾਲਾ, ਤੇ ਤੂੰ ਬਹੁਤ ਵਲਛਲ ਕਰਦਾ। ਤੇਰੀ ਬੁੱਧੀ ਦੇ ਵਿੱਚ ਵੀ ਇਸ ਤਰ੍ਹਾਂ ਉਤੋਂ ਤਾਂ ਹੰਸ ਦਿਸਦਾ ਹੈ, ਪਰ ਬੁੱਧੀ ਮਲੀਨ ਹੋਣ ਕਰਕੇ ਇਸ ਤਰ੍ਹਾਂ, ਜਿਸ ਤਰ੍ਹਾਂ ਹੰਸ ਕੋਈ ਚਿੱਕੜ ਤੇ ਜਾ ਬੈਠਾ ਹੋਵੇ ਤੇ ਕਮਲ ਦੇ ਵਿੱਚ ਜਿਸ ਤਰ੍ਹਾਂ ਜਾਲਾ ਹੋਵੇ, ਇਸੇ ਤਰ੍ਹਾਂ ਤੇਰੀ ਬੁੱਧੀ ਜਿਹੜੀ ਬਹੁਤ ਨੀਵੀਂ ਹੈ, ਤੂੰ ਵਲਛਲ ਕਰਦਾ ਹੈ। ਲਾਗਿਓ ਏਕ ਅੰਕ ਕੀ ਅੰਕ ਹੀ ਕਲੰਕ ਮੁਖ ਤੇਰੇ ਆਬ। ਹਾਂ, ਇੱਕ ਐਸਾ ਕਲੰਕ ਤੇਰੇ ਮੱਥੇ ਤੇ ਲੱਗਾ ਹੈ। ਰਹਿ ਚਿਰਕਾਲ ਦੇਹ ਚਿੱਤ ਕੁਲ ਸੁਣ ਸੋਣਾ। ਤੇ ਬਹੁਤਾ ਸਮਾਂ ਇਹ ਜਿਹੜਾ ਹੈ ਚਿਰੰਕਾਲ, ਲੰਮਾ ਸਮਾਂ ਇਹ ਕਲੰਕ ਲੱਗਾ ਰਹੇਗਾ। ਤੇਰੀ ਕੁਲ ਦੇ ਉੱਤੇ ਵੀ ਸਾਰੇ ਇਸ ਕਲੰਕ ਨੂੰ ਸੁਣਨਗੇ। ਖੋਟੋ ਤੁਝ ਜਾਣੈ ਮੋਣ ਠਾਨੈ ਨਾ ਬਖਾਨੈ ਕੋਈ ਕਛ। ਤੈਨੂੰ ਬਹੁਤਾ ਖੋਟਾ ਸਾਰੇ ਜਾਣਨਗੇ, ਮਾੜਾ ਜਾਣਨਗੇ, ਮੌਨ ਠਾਨੇ ਨਾ ਬਖਾਨੈ ਕੁਛ। ਤੇ ਇਸੇ ਤਰ੍ਹਾਂ ਚੁੱਪ ਕਰਕੇ ਬੈਠਾ ਹੈ, ਕੁਝ ਬੋਲਦਾ ਨਹੀਂ ਸੀ। ਸੰਗਤਾਂ ਮਝਾਰ ਪਛਤਾਵੈ ਸੀਸ ਧੁਨ ਧੁਨ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਸੰਗਤਾਂ ਤੇਰੇ ਕਲੰਕ ਬਾਰੇ ਸੁਣਨਗੀਆਂ ਨਾ
ਤੇ ਬਹੁਤ ਪਛਤਾਉਣਗੀਆਂ ਤੇ ਸਿਰ ਮਾਰਨਗੀਆਂ। ਸੁਣੈ ਗੁਰ ਸਿੱਖ ਦੀਨੀ ਬਾਲ ਕੋ ਬਿਖ ਇਨਾ। ਜਦੋਂ ਗੁਰੂ ਕੇ ਸਿੱਖ ਤੇਰੀ ਮਾੜੀ ਗੱਲ ਸੁਣਨਗੇ ਕਿ ਬਾਲ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਤੂੰ ਜ਼ਹਿਰ ਦੇਣਾ ਚਾਹਿਆ ਹੈ, ਚਾਹੇਂਗੇ ਨਾ ਮੁਖ ਬਿਖ ਦੋਸ ਮਹਾ ਗੁਣ ਗੁਣ। ਫਿਰ ਤੇਰੇ ਵਿੱਚ ਵੱਡੇ ਦੋਸ਼ ਜਾਣ ਕੇ ਤੇਰੇ ਸ਼ਕਲ ਦੇਖਣੀ ਵੀ ਪਸੰਦ ਨਹੀਂ ਕਰਨਗੇ। ਤੇ ਅੱਜ ਇਸੇ ਤਰ੍ਹਾਂ ਹੀ ਹੈ, ਕਿਉਂਕਿ ਜਦੋਂ ਖਾਲਸੇ ਪੰਥ ਦੇ ਵਿੱਚ ਇਹ ਰੀਤ ਹੈ, ਖੰਡੇ ਬਾਟੇ ਦੀ ਪੌਲ ਦੇਣ ਲੱਗਿਆਂ ਸੁਚੇਤ ਕੀਤਾ ਜਾਂਦਾ ਹੈ ਕਿ ਮੀਣਿਆਂ ਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ। ਗੁਰਦੇਵ ਕਹਿੰਦੇ ਨੇ ਕੰਮ ਤਾਂ ਤੂੰ ਬਹੁਤ ਮਾੜਾ ਕਰ ਤਾਂ ਲਿਆ, ਪਰ ਐਸੀ ਕਾਲਖ ਮੱਥੇ ਉੱਤੇ ਲਵਾ ਲਈ, ਦਿਨੋਂ ਦਿਨ ਇਹ ਵਧੇਗੀ, ਕੁਲਾਂ ਤੱਕ ਤੇਰੀ ਇਹ ਕਾਲਖ ਚੱਲੇਗੀ। ਜਦੋਂ ਸਿੱਖ ਸੁਣਨਗੇ ਤੇ ਬੜੇ ਪਛਤਾਉਣਗੇ, ਇਹ ਸੁਣਨਗੇ ਕਿ ਤੂੰ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੇ, ਇਸ ਮਾੜੇ ਕੰਮ ਕਰਕੇ ਤੇਰੀ ਸ਼ਕਲ ਦੇਖਣੀ ਵੀ ਪਸੰਦ ਨਹੀਂ ਕਰਨਗੇ। ਨਿੰਦ ਕੋ ਉਚਾਰੈ ਤੇਰੀ ਕ੍ਰਿਤ ਕੋ ਧਿਕਾਰੈ ਸਭ। ਤੇਰੀ ਕ੍ਰਿਤ ਨੂੰ, ਤੇਰੇ ਕੰਮ ਨੂੰ ਧਰਕਾਰਾਂ ਪੈਣਗੀਆਂ, ਤੇਰੀ ਬਹੁਤੀ ਨਿੰਦਿਆ ਹੋਵੇਗੀ। ਵੈਲ ਜਗ ਸਾਰੈ ਭਣੈ ਆਪ ਸਮੈ ਪੁੰਨ ਪੁੰਨ। ਤੇ ਸਾਰੇ ਜਗਤ ਵਿੱਚ ਗੱਲ ਫੈਲ ਜਾਵੇਗੀ, ਆਪਸ ਵਿੱਚ ਸਾਰੇ ਹੀ ਗੱਲ ਕਰਨਗੇ। ਕ੍ਰੋਧ ਕਰ ਸ਼ੋਭ ਸੋ ਹੰਕਾਰ ਤਰ ਬੋਲਿਓ ਤਬ। ਜਦੋਂ ਇਹ ਗੱਲ ਸੁਣੀ ਹੈ ਨਾ ਕਿ ਕਈ ਵਾਰੀ ਮਨੁੱਖ ਕੋਲ ਕੋਈ ਗਲਤੀ ਤਾਂ ਹੋ ਜਾਂਦੀ ਹੈ, ਪਰ ਜਦੋਂ ਉਹਨੂੰ ਉਹਦੀ ਗਲਤੀ ਦੱਸੀ ਜਾਵੇ ਤੇ ਕਈ ਵਾਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਭੁੱਲ ਦੀ ਜਾਚਨਾ ਕਰਦਾ ਹੈ। ਤੇ ਫਿਰ ਜਿਹੜੇ ਵੱਡੇ ਹੁੰਦੇ ਨੇ ਉਹ ਪਹਿਲਾਂ ਹੀ ਖਿਮਾਤਾਰੀ ਹੁੰਦੇ ਨੇ, ਕਿਉਂਕਿ ਖਿਮਾ ਕਹਿੰਦੇ ਉਹਨੂੰ ਨੇ ਆਪ ਤੇ ਛੋਟੇ ਤੋਂ ਹੋਈ ਗਲਤੀ ਨੂੰ ਨਜ਼ਰਅੰਦਾਜ਼ ਕਰ ਦੇਣਾ। ਪਰ ਹੁਣ ਕਈ ਵਾਰੀ ਬੰਦੇ ਦਾ ਸੁਭਾਅ ਐਸਾ ਹੰਕਾਰੀ ਹੁੰਦਾ ਹੈ ਕਿ ਉਹ ਆਪ ਦੀ ਕੀਤੀ ਗਲਤੀ ਨੂੰ ਕਦੇ ਮੰਨਣ ਵਾਸਤੇ ਤਿਆਰ ਹੀ ਨਹੀਂ ਹੁੰਦਾ। ਤੇ ਗਲਤੀ ਨੂੰ ਕੌਣ ਨਹੀਂ ਮੰਨਦਾ? ਜਿਹੜਾ ਹੰਕਾਰੀ ਹੋਵੇ, ਜਿਹੜਾ ਨਿਮਰਤਾ ਵਾਲਾ ਹੈ, ਉਹਨੂੰ ਕਿਤੇ ਹੋਈ ਭੁੱਲ ਦਾ ਅਹਿਸਾਸ ਕਰਾਇਆ ਜਾਵੇ ਤੇ ਕਹਿੰਦਾ ਜੀ ਮੇਰੇ ਤੋਂ ਭੁੱਲ ਹੋਈ ਹੈ, ਬਖਸ਼ ਦਿਓ, ਮੈਂ ਅੱਗੇ ਤੋਂ ਭੁੱਲ ਨਹੀਂ ਕਰਦਾ। ਪਰ ਹੰਕਾਰੀ ਬਿਰਤੀ ਕੀ ਕਹਿੰਦੀ ਹੈ? ਕ੍ਰੋਧ ਕਰ ਸ਼ੋਭ ਸੋ ਹੰਕਾਰ ਤਰ ਬੋਲਿਓ ਤਬ। ਬੜੇ ਗੁੱਸੇ ਵਿੱਚ ਆ ਗਿਆ। ਗੁੱਸੇ ਵਿੱਚ ਆਉਣ ਦਾ ਕਾਰਨ ਕਿਉਂਕਿ ਅੰਦਰ ਬਹੁਤ ਜ਼ਿਆਦਾ ਅਹੰਕਾਰ ਸੀ ਤੇ ਅਹੰਕਾਰ ਨੂੰ ਸੱਟ ਵੱਜੀ ਹੈ ਤੇ ਕ੍ਰੋਧ ਵਿੱਚ ਆ ਕੇ ਕਹਿਣ ਲੱਗਾ, ਝੂਠੇ ਉਪਾਲੰਬ ਦੇ ਤੇ ਆਪ ਤੇ ਬਣਾਏ ਕਰ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਾਬਾ ਪ੍ਰਿਥੀ ਚੰਦ ਕਹਿੰਦੇ ਝੂਠੇ ਉਲਾਂਬੇ ਤੁਸੀਂ ਬਣਾ ਲਏ, ਇਹ ਸਾਰੀਆਂ ਗੱਲਾਂ ਝੂਠੀਆਂ ਨੇ ਤੇ ਝੂਠੀਆਂ ਬਣਾ ਕੇ ਮੈਨੂੰ ਉਲਾਂਬੇ ਦੇ ਰਹੇ ਹੋ। ਹਮਰੋ ਬਿਗਾਰਿਓ ਕਹਾਂ ਜਾਤੇ ਬਿਖ ਦੀਨ ਚਾਹਾ। ਨਾਲੇ ਸਾਡਾ ਕੀ ਤੁਹਾਡੇ ਪੁੱਤਰ ਨੇ ਵਿਗਾੜਿਆ ਹੈ? ਤੁਸੀਂ ਕੀ ਵਿਗਾੜਿਆ ਹੈ ਕਿ ਮੈਂ ਉਹਨੂੰ ਜ਼ਹਿਰ ਦੇਵਾਂਗਾ? ਕਈ ਵਾਰੀ ਤਾਂ ਬੰਦਾ ਕਿਸੇ ਨਾਲ ਤਾਂ ਝਗੜਾ ਕਰਦਾ ਹੈ ਕਿ ਉਹਦਾ ਕਿਸੇ ਨੇ ਕੁਝ ਵਿਗਾੜਿਆ ਹੋਵੇ, ਪਰ ਜਿਹੜੀ ਫਜ਼ੂਲ ਵਿੱਚ ਈਰਖਾ ਕਰਨੀ, ਕਿਸੇ ਨੇ ਕਿਸੇ ਦਾ ਕੁਝ ਵਿਗਾੜਿਆ ਵੀ ਨਹੀਂ ਪਰ ਕਿਸੇ ਦੀ ਵਡਿਆਈ ਦੇਖ ਕੇ ਉਹਨੂੰ ਨਾ ਜਰਨਾ, ਇਹਨੂੰ ਈਰਖਾ ਕਹਿੰਦੇ ਨੇ। ਹੁਣ ਅੱਗੋਂ ਕਹਿੰਦਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ, ਕਹਿੰਦਾ ਕਿ ਮੇਰਾ ਤੁਸੀਂ ਕੀ ਵਿਗਾੜਿਆ? ਜੇ ਮੈਂ ਤੁਹਾਡੇ ਪੁੱਤਰ ਨੂੰ ਜ਼ਹਿਰ ਕਿਉਂ ਦੇਵਾਂਗਾ? ਮੇਰੋ ਨਾਮ ਕੌਣ ਲੇਤ ਦਵੈ ਉਪਜ ਦਵੈਸ਼ ਉਪਜਾਏ ਕਰ। ਨਾਲੇ ਮੇਰਾ ਨਾਂ ਕੌਣ ਲੈ ਰਿਹਾ ਹੈ? ਕੌਣ ਲੈ ਕੇ ਜਿਹੜੀ ਈਰਖਾ ਵਧਾ ਰਿਹਾ? ਇਹਨੂੰ ਨਹੀਂ ਸੀ ਪਤਾ ਕਿ ਜਿਹੜਾ ਉਹ ਖਡਾਵਾ ਸੀ, ਬ੍ਰਾਹਮਣ ਸੀ, ਉਹਨੇ ਸਾਰੀ ਗੱਲ ਗੁਰੂ ਅਰਜਨ ਦੇਵ ਸਾਹਿਬ ਨੂੰ ਦੱਸੀ ਤੇ ਵੀ ਗਿਆਨ ਨਹੀਂ ਸੀ ਕਿ ਉਹ ਵੀ ਗੁਰੂ ਸਾਹਿਬ ਦੇ ਕੋਲ ਹੀ ਬੈਠਾ ਹੈ। ਹੁਣ ਕਹਿ ਰਿਹਾ ਸੀ ਦੱਸੋ ਕਿ ਕੌਣ ਮੇਰਾ ਨਾਂ ਲੈਂਦਾ ਹੈ, ਮੇਰਾ ਨਾਂ ਲੈ ਲੈ ਕੇ ਈਰਖਾ ਵਧਾ ਰਿਹਾ ਹੈ। ਕੋ ਨਹਿ ਪ੍ਰੇਰਿਓ ਕਬ ਕੂਰ ਕਿਉਂ ਕਹਿਤ ਤੁਮ। ਮੈਂ ਤਾਂ ਕਦੇ ਕਿਸੇ ਨੂੰ ਪ੍ਰੇਰਿਆ ਨਹੀਂ, ਜ਼ਹਿਰ ਦੇਣ ਵਾਸਤੇ ਤੁਸੀਂ ਝੂਠ ਕਿਉਂ ਬੋਲ ਰਹੇ ਹੋ? ਦੇਖ ਨਾ ਸਕੋ ਤੋਹ ਮਤ ਦਿਓ ਉਠਾਏ ਕਰ। ਤੁਸੀਂ ਮੈਨੂੰ ਦੇਖਿਆ ਹੈ, ਐਵੇਂ ਤੌਮਤਾਂ ਲਾਈ ਜਾ ਰਹੇ ਹੋ ਨਾ। ਪਰ ਇਹ ਅੱਜ ਇਹ ਪਹਿਲੀ ਘਟਨਾ ਨਹੀਂ ਸੀ, ਪਹਿਲਾਂ ਵੀ ਜਿਹੜੀ ਦਾਈ ਸੀ ਉਹਨੇ ਸਾਰੀ ਗੱਲ ਸੱਚ ਦੱਸੀ ਸੀ ਬੋਲ ਕੇ। ਸਪੇਰਾ ਜਿਹੜਾ ਸੀ ਜਿਹਨੇ ਸੱਪ ਛੱਡਿਆ ਸੀ, ਉਹਦੇ ਪਾਸੋਂ ਵੀ ਸਾਰੀ ਗੱਲਬਾਤ ਸੁਣੀ ਸੀ ਸਤਿਗੁਰਾਂ ਨੇ। ਪਰ ਮਹਾਰਾਜ ਧੀਰਜ ਧਾਰੀ, ਇਹਨੇ ਖਿਮਾ ਵਾਲੇ ਨੇ, ਕਿਉਂਕਿ ਜਿਹੜਾ ਧੀਰਜਵਾਨ ਹੁੰਦਾ ਉਹ ਛੇਤੀ ਕਿਤਿਆਂ ਗੁੱਸੇ ਵਿੱਚ ਆ ਕੇ ਬਦਲਾ ਲੈਣਾ ਨਹੀਂ ਚਾਹੁੰਦਾ। ਹੁਣ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਾਂ ਇਹਨੂੰ ਸਮਝਾ ਰਹੇ ਨੇ, ਨਾ ਕਿ ਇਹਦੇ ਨਾਲ ਕਿ ਜਿਸ ਤਰ੍ਹਾਂ ਇਹਨੇ ਕੀਤਾ ਕਿ ਇਹਦਾ ਬਦਲੇ ਦੇ ਵਿੱਚ ਜਵਾਬ ਦਈਏ। ਸਗੋਂ ਜਿਹੜੇ ਧਰਮੀ ਨੇ ਉਹ ਬੁਰਿਆਈ ਨੂੰ ਖਤਮ ਕਰਦੇ ਨੇ, ਕਿਉਂ? ਇਨਸਾਨੀਅਤ ਤਾਂ ਦੁਸ਼ਮਣ ਤਾਂ ਹੁੰਦੇ ਨਹੀਂ। ਇਸ ਲਈ ਬਾਬੇ ਪ੍ਰਿਥੀ ਚੰਦ ਨੂੰ ਸਤਿਗੁਰਾਂ ਨੇ ਤਾਂ ਬੜੇ ਪਿਆਰ ਨਾਲ ਕਿਹਾ ਕਿ ਭਰਾ ਜੀ ਤੁਹਾਨੂੰ ਅਸੀਂ ਵੱਡੇ ਮੰਨਦੇ ਹਾਂ ਪਰ ਤੁਸੀਂ ਵੱਡੇ ਮੰਨਦੇ ਨਹੀਂ। ਅੱਗੋਂ ਗੁੱਸੇ ਵਿੱਚ ਆ ਕੇ ਕਹਿੰਦਾ ਦੱਸੋ ਮੇਰਾ ਕੁਝ ਤੁਸੀਂ ਵਿਗਾੜਿਆ ਹੈ? ਮੈਂ ਕਿਉਂ ਤੁਹਾਡੇ ਪੁੱਤ ਨੂੰ ਜ਼ਹਿਰ ਦਾਂਗਾ? ਨਾਲੇ ਦੱਸੋ ਕਿ ਮੇਰਾ ਕੌਣ ਨਾਂ ਲੈ ਰਿਹਾ ਹੈ, ਕਿਹੜਾ ਮੇਰੇ ਨਾਂ ਲੈ ਕੇ ਈਰਖਾ ਵਧਾ ਰਿਹਾ? ਤੁਸੀਂ ਮੈਨੂੰ ਦੇਖਿਆ ਨਹੀਂ,
ਐਵੇਂ ਤੁਮਤਾਂ ਲਾ ਰਹੇ ਹੋ। ਹਾਥਨ ਕੋ ਮਲ ਕਰ ਬਾਤਨ ਬਣਾਏ ਲੇਤੋ। ਜਿਸ ਤਰ੍ਹਾਂ ਮਦਾਰੀ ਹੱਥ ਨੂੰ ਮਲ ਕੇ ਕੁਝ ਦਾ ਕੁਝ ਬਣਾ ਲੈਂਦਾ ਹੈ ਨਾ, ਇਸ ਤਰ੍ਹਾਂ ਤੁਸੀਂ ਵੀ ਗੱਲਾਂ ਬਣਾਉਣ 'ਚ ਬੜੇ ਮਾਹਰ ਹੋ। ਹੱਥਾਂ ਨੂੰ ਮਲ ਕੇ ਤੇ ਐਵੇਂ ਨਵੀਂ ਤੋਂ ਨਵੀਂ ਗੱਲ ਬਣਾ ਰਹੇ ਹੋ। ਕੌਣ ਕਰਿਓ ਕਾਮ ਨਾਮ ਦੀਜੀਏ ਸੁਨਾਏ ਕਰ। ਦੱਸੋ ਤਾਂ ਸਹੀ ਕਿ ਮੇਰਾ ਨਾਂ ਕੌਣ ਲੈਂਦਾ ਹੈ। ਹੁਣ ਚੋਰੀ ਕਰਕੇ ਉਤੋਂ ਚਤਰਾਈ ਵੀ ਕਰਦਾ ਸੀ। ਕਹਿੰਦਾ ਦੱਸੋ ਕਿ ਮੇਰਾ ਨਾਂ ਕੌਣ ਲੈ ਰਿਹਾ ਹੈ, ਮੈਨੂੰ ਉਹਨੂੰ ਸਾਹਮਣੇ ਲਿਆਵੋ। ਬੋਲੇ ਗੁਰੂ ਅਰਜਨ ਸੇਵਕ ਉਠੋ ਅਬ। ਹੁਣ ਸਤਿਗੁਰੂ ਜੀ ਦੇ ਕੋਲ ਜਿਹੜੇ ਸੇਵਕ ਸਿੱਖ ਬੈਠੇ ਸਨ, ਉਹਨਾਂ ਦੇ ਤਾਈਂ ਮਹਾਰਾਜ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ। ਸਤਿਗੁਰਾਂ ਦੇ ਤਾਂ ਕੋਲ ਹੀ ਬੈਠਾ ਸੀ ਜਿਹੜਾ ਖਡਾਵਾ ਜ਼ਹਿਰ ਦੇਣ ਵਾਲਾ ਸੀ, ਉਹਨੂੰ ਉੱਤੇ ਚਬਾਰੇ ਬਿਠਾਇਆ ਸੀ। ਸੇਵਕ ਨੂੰ ਮਹਾਰਾਜ ਨੇ ਇਸ਼ਾਰਾ ਕੀਤਾ। ਸਤਿਗੁਰੂ ਜੀ ਕਹਿੰਦੇ ਉੱਠੋ ਭਾਈ ਤੇ ਜਾ ਕੇ ਲਿਆਵੋ। ਸ਼ਾਂਕੁਰ ਕੋ ਸ਼ੋਰ ਕਹਿ ਦੇਵ ਕਿਵਾਰੋ ਕੋ ਓੰਘਾਰ ਦੇਹੋ। ਕੁੰਡਾ ਖੋਲ ਕੇ ਦਰਵਾਜ਼ਾ ਖੋਲ ਕੇ ਲਿਆਵੋ ਉਸ ਨੂੰ। ਤਾਤ ਕਾਲ ਉਠ ਕੇ ਨਿਕਾਰਿਓ ਦਿਜ ਬੈਠੋ। ਸਤਿਗੁਰਾਂ ਦਾ ਬਚਨ ਮੰਨ ਕੇ ਸੇਵਕ ਸਿੱਖ ਉੱਠੇ ਨੇ, ਛੇਤੀ ਨਾਲ ਉੱਪਰ ਗਏ ਹਨ। ਆਏ ਪ੍ਰਿਥੀਏ ਕੇ ਸਨਮੁਖ ਚਪੇਂਦੋ ਚੋਰ ਜੇਹ। ਚੁਬਾਰੇ ਦਾ ਦਰਵਾਜ਼ਾ ਖੋਲਿਆ, ਉਹ ਜਿਹੜਾ ਬ੍ਰਾਹਮਣ ਸੀ ਖਡਾਵਾ ਉਹਨੂੰ ਲੈ ਆਂਦਾ। ਹੁਣ ਬਾਵੇ ਪ੍ਰਿਥੀ ਚੰਦ ਦੇ ਸਾਹਮਣੇ ਲੈ ਕੇ ਆਂਦਾ ਏ। ਤੇ ਜਿਸ ਤਰ੍ਹਾਂ ਦੋਵੇਂ ਮਾਨੋ ਚੋਰ ਸਨ, ਉਹ ਜਿਹੜਾ ਖਡਾਵਾ ਜਿਹਦੇ ਹੱਥ ਜ਼ਹਿਰ ਦੇਣ ਦਾ ਯਤਨ ਕੀਤਾ ਤੇ ਜ਼ਹਿਰ ਦਵਾਉਣ ਵਾਲਾ ਸੀ ਪ੍ਰਿਥੀ ਚੰਦ, ਇਹ ਦੋਨੋਂ ਇੱਕ ਦੂਜੇ ਦੇ ਸਾਹਮਣੇ ਕਰ ਦਿੱਤੇ ਹਨ। ਲੋਚਨ ਕੋ ਜੋਰੇ ਨਾ ਹੈ ਬੋਲਿਓ ਮੁਖ ਲੋਰੇ ਨਾ ਹੈ। ਹੁਣ ਇੱਕ ਦੂਜੇ ਦੇ ਤਰਫ ਇਹਨਾਂ ਨੇ ਦੇਖਿਆ, ਪਰ ਦੋਵਾਂ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲ ਰਹੀ। ਛਪਣ ਕੋ ਟੋਰਾ ਦਾਵ ਪਾਵਤ ਨਾ ਮਿਸ ਕੇ ਹਾ। ਹੁਣ ਲੁਕਣ ਵਾਸਤੇ ਥਾਂ ਲੱਭਦਾ ਸੀ ਪ੍ਰਿਥੀ ਚੰਦ, ਪਰ ਕੋਈ ਬਹਾਨਾ ਨਹੀਂ ਸੀ ਮਿਲ ਰਿਹਾ। ਕਈ ਵਾਰੀ ਬੰਦਾ ਬਹਾਨਾ ਬਣਾ ਕੇ ਦੂਰੋਂ ਟਾਲ ਮਟੋਲ ਕਰ ਜਾਂਦਾ ਹੈ। ਇਸ ਲਈ ਪਹਿਲਾਂ ਇਹਨੂੰ ਸੁਨੇਹਾ ਨਹੀਂ ਦਿੱਤਾ। ਗੁਰੂ ਸਾਹਿਬ ਨੇ ਆਪਣੇ ਕੋਲ ਬੁਲਾ ਕੇ ਉਹਦੇ ਸਾਹਮਣੇ ਲਿਆਂਦਾ ਕਿ ਇੱਥੋਂ ਕਿੱਥੇ ਭੱਜੇਗਾ। ਹੁਣ ਸਾਹਮਣੇ ਆ ਕੇ ਸਭ ਕੁਝ ਜਿਹੜਾ ਉਹ ਬ੍ਰਾਹਮਣ ਸੀ ਉਹਨੇ ਦੱਸਣਾ ਹੈ। ਤੇ ਹੁਣ ਪ੍ਰਿਥੀ ਚੰਦ ਉੱਠਣਾ ਚਾਹੁੰਦਾ ਸੀ, ਲੁਕਣਾ ਚਾਹੁੰਦਾ ਸੀ, ਪਰ ਬਹਾਨਾ ਨਹੀਂ ਸੀ ਕੋਈ ਮਿਲ ਰਿਹਾ। ਉਗਰਿਓ ਕਪਟ ਜਾਤ ਨਿਗਰਿਓ ਪ੍ਰਿਥੀਏ ਕੇ ਵਿੱਚ। ਜਦੋਂ ਉਗਰ ਕੇ ਕਪਟ ਸਾਹਮਣੇ ਆ ਗਿਆ ਤੇ ਹੁਣ ਪ੍ਰਿਥੀ ਚੰਦ ਸੋਚਦਾ ਸੀ ਕਿ ਮੈਂ ਕਿੱਧਰ ਭੱਜਾਂ। ਧਰਤੀ ਦੇ ਵਿੱਚ ਜਿਹੜਾ ਸੀ ਉਹ ਨਿਗਰਨਾ ਚਾਹੁੰਦਾ ਸੀ, ਧਸਣਾ ਚਾਹੁੰਦਾ ਸੀ। ਮੁਖ ਪੈ ਖੁਟਾਏ ਕੀ ਸ਼ਰਮ ਬਰਖਾਏ ਮੇਹਾ। ਮੁਖ ਦੇ ਉੱਤੇ ਖੁਟਿਆਈ ਦੀ ਸ਼ਰਮ ਸੀ, ਜਿਹੜਾ ਖੋਟਾ ਕੰਮ ਕੀਤਾ ਸੀ ਨਾ, ਹੁਣ ਉਹਨੂੰ ਸਾਹਮਣੇ ਦੇਖ ਕੇ ਬੜਾ ਸ਼ਰਮ ਦਾ ਮਾਰਿਆ ਮੁਖ ਜਿਹੜਾ ਸੀ ਮੁੜਕੇ ਦੇ ਨਾਲ ਭਿੱਜ ਗਿਆ ਹੈ। ਬੋਲਿਓ ਦੇ ਜੇ ਮੂੜ ਕਿਉਂ ਕਰਾਇਓ ਥੋ ਕਪਟ ਗੂੜ। ਅੱਗੋਂ ਜਿਹੜਾ ਬ੍ਰਾਹਮਣ ਬੋਲਿਆ, ਕਹਿਣ ਲੱਗਾ ਮੂਰਖਾ, ਇੰਨਾ ਵੱਡਾ ਕਪਟ, ਇੰਨਾ ਵੱਡਾ ਧੋਖਾ ਮੇਰੇ ਤੋਂ ਤੂੰ ਕਿਉਂ ਕਰਵਾਇਆ। ਕੈਸੇ ਗੁਰ ਬੰਸ ਮੈਂ ਜਨਮ ਤੁਮ ਮਲੀਨਿਓ। ਤੂੰ ਦੱਸ ਕਿ ਗੁਰੂ ਦੀ ਬੰਸ ਵਿੱਚ ਜਨਮ ਹੀ ਕਿਸ ਤਰ੍ਹਾਂ ਲਿਆ ਹੈ। ਸੰਗਤ ਜੀ, ਇਹ ਭਾਵੇਂ ਗੁਰੂ ਸਾਹਿਬ ਦਾ ਸਪੁੱਤਰ ਹੈ, ਪਰ ਗੁਰੂ ਘਰ ਦੇ ਵਿੱਚ ਸਿੱਖੀ ਸਿਧਾਂਤਾਂ ਨੂੰ ਵੱਡਾ ਕਰਕੇ ਮੰਨਿਆ ਹੈ। ਭਾਵੇਂ ਗੁਰੂ ਸਪੁੱਤਰ ਨੇ, ਗੁਰੂ ਸਾਹਿਬ ਜੀ ਦੇ ਸਪੁੱਤਰ ਹੋਰ ਵੀ ਹੋਏ, ਪਰ ਬਖਸ਼ਿਸ਼ਾਂ ਉਹਨਾਂ ਦੇ ਉੱਤੇ ਹੋਈਆਂ ਜਿਨ੍ਹਾਂ ਨੇ ਗੁਰ ਸਿਧਾਂਤ ਦੇ ਉੱਤੇ ਪਹਿਰਾ ਦਿੱਤਾ ਹੈ। ਗੁਰੂ ਹਰਿ ਸਾਹਿਬ ਨੇ ਤਾਂ ਆਪਣੇ ਵੱਡੇ ਪੁੱਤਰ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਸਾਡੇ ਮੱਥੇ ਨਾ ਲੱਗੀ ਕਿ ਤੂੰ ਬਾਣੀ ਦੀ ਤੁਕ ਬਦਲੀ। ਇਸ ਲਈ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਗੁਰੂ ਸਿਧਾਂਤਾਂ ਦੇ ਉੱਤੇ ਪਹਿਰਾ ਦਿੱਤਾ ਗਿਆ। ਅੱਗੋਂ ਇਹ ਕਹਿਣ ਲੱਗਾ, ਕਹਿੰਦਾ ਤੂੰ ਗੁਰੂ ਬੰਸ ਵਿੱਚ ਜਨਮ ਹੀ ਕਿਸ ਤਰ੍ਹਾਂ ਲਿਆ ਹੈ। ਆਪ ਪਾਪ ਕੂਪ ਮੈਂ ਡੁੱਬਤ ਮੋਕੋ ਸੰਗ ਗਹਾ। ਆਪ ਤਾਂ ਤੂੰ ਪਾਪ ਦੇ ਖੂਹ ਦੇ ਵਿੱਚ ਡੁੱਬ ਰਿਹਾ ਸੀ ਤੇ ਮੈਨੂੰ ਵੀ ਉਸ ਖੂਹ ਦੇ ਵਿੱਚ ਡੋਬਣ ਦਾ ਯਤਨ ਕੀਤਾ ਹੈ। ਕਰਾਮਾਤ ਸਾਹਿਬ ਸੋਂਬੈਰ ਬੜ ਕੀਨਿਓ। ਇੰਨੇ ਵੱਡੇ ਸਾਹਿਬ ਮਾਲਕ ਦੇ ਨਾਲ ਜੋ ਕਰਾਮਾਤੀ ਸਤਿਗੁਰੂ ਨੇ, ਉਹਨਾਂ ਦੇ ਨਾਲ ਤੂੰ ਵੈਰ ਰੱਖਿਆ ਹੈ। ਇਮ ਨਿਭੋਗੇ ਦੋ ਲੋਕ ਸੁਖ ਖੋਗੇ। ਹਾਂ, ਦੱਸ ਕਿਸ ਤਰ੍ਹਾਂ ਤੇਰੀ ਨਿਭੇਗੀ। ਦੋਨਾਂ ਲੋਕਾਂ ਦੇ ਵਿੱਚ ਸਾਰੇ ਜਿਹੜੇ ਸੁੱਖ ਤੇਰੇ ਨਾਸ਼ ਹੋਣਗੇ। ਸਭ ਨਿੰਦਾ ਜੁਤ ਹੋਗੇ ਦੁਖ ਭੋਗੋਗੇ ਕਮਲੀਨਿਓ। ਹਾਂ, ਸਾਰੇ ਲੋਕ ਤੇਰੀ ਨਿੰਦਿਆ ਕਰਨਗੇ, ਦੁੱਖ ਭੋਗੇਗਾ ਇਹ ਮਾੜਾ ਕੰਮ ਕਰਕੇ। ਮੁਕਰਤ ਕੈਸੇ ਮੋਸੋ ਕਹਿਓਗਾ ਤਜੈਸੇ ਆਪ। ਕਹਿੰਦਾ ਹੁਣ ਮੁਕਰਦਾ ਕਿਉਂ ਐ। ਰਾਤ ਵਾਲੀ ਗੱਲ ਯਾਦ ਕਰ, ਜਿਸ ਤਰ੍ਹਾਂ ਤੂੰ ਮੈਨੂੰ ਰਾਤ ਨੂੰ ਪ੍ਰੇਰ ਕੇ ਭੇਜਿਆ ਨਾ ਜ਼ਹਿਰ ਦੇਣ ਵਾਸਤੇ, ਕਿਉਂਕਿ ਬਾਬਾ ਪ੍ਰਿਥੀ ਚੰਦ ਗੁੱਸੇ 'ਚ ਆ ਗਏ। ਕਹਿੰਦਾ ਕੌਣ, ਕਿਸੇ ਨੂੰ ਦੇਖਿਆ ਤੁਸੀਂ? ਐਵੇਂ ਤੁਮਤਾਂ ਲਾਈ ਜਾ ਰਹੇ ਹੋ, ਮੇਰਾ ਨਾਂ ਲੈ ਰਹੇ ਹੋ। ਜਦੋਂ ਮਹਾਰਾਜ ਦੇ ਸਾਹਮਣੇ ਲਿਆਂਦਾ ਉਸ ਖਿਡਾਵੇ ਨੂੰ ਜਿਹਦੇ ਰਾਹੀਂ ਜ਼ਹਿਰ ਦੇਣ ਲੱਗੇ ਸੀ, ਉਹ ਕਹਿੰਦਾ ਹੁਣ ਮੁਕਰਦਾ ਕਿਉਂ ਹੈ। ਰਾਤ ਵਾਲੀ ਗੱਲ ਯਾਦ ਕਰ। ਸਭਣ ਮੈਂ ਤੈਸੇ ਕਹੋ ਪਾਪ ਮੈਂ ਪ੍ਰਬੀਨਿਓ। ਸਾਰਿਆਂ ਵਿੱਚ ਉਹ ਗੱਲ ਕਹਿ, ਤੂੰ ਪਾਪ ਕਰਨ ਵਿੱਚ ਬੜਾ ਚਤੁਰ ਹੈ ਨਾ। ਹੁਣ ਸਾਰੀ ਸੰਗਤ, ਸਾਰੇ ਸਿੱਖ ਬੈਠੇ ਨੇ,
ਇਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਤੂੰ ਕਬੂਲ ਕਰ। ਸੁਣ ਕੈ ਕੁਟਲ ਬੜੋ ਕਪਟ ਨਾ ਮਾਨੈ ਪੁਨ। ਸੁਣ ਕੇ ਜਿਹੜਾ ਵੱਡਾ ਕਪਟੀ ਸੀ, ਇਹਨੇ ਵੱਡਾ ਜਿਹੜਾ ਕਪਟ ਕੀਤਾ ਸੀ ਉਹਨੂੰ ਮੰਨਣ ਨੂੰ ਤਿਆਰ ਨਾ ਹੋਇਆ। ਲੋਚਨ ਨਾ ਨੀਚ ਕਰੈ ਬੋਲਤ ਕਠੋਰ ਬੈਣ। ਫਿਰ ਬੜੇ ਕਠੋਰ ਬਚਨ ਬੋਲਣ ਲੱਗੇ ਪ੍ਰਿਥੀ ਚੰਦ, ਤੇ ਆਪਣੀ ਅੱਖਾਂ ਹੁਣ ਨੀਵੀਂ ਨਹੀਂ ਸੀ ਕਰਦੇ। ਕਈ ਵਾਰੀ ਬੰਦੇ ਦੀਆਂ ਅੱਖਾਂ ਵਿੱਚ ਸ਼ਰਮ ਹੁੰਦੀ ਹੈ, ਪਰ ਉਹਨਾਂ ਚਿਰ ਹੁੰਦੀ ਹੈ ਜਿੰਨਾ ਚਿਰ ਉਹਦਾ ਪਾਪ ਸਾਹਮਣੇ ਨਾ ਆਵੇ। ਉਹ ਲੁਕਣ ਦਾ ਯਤਨ ਕਰਦਾ ਹੈ, ਜਦੋਂ ਪਾਪ ਸਾਹਮਣੇ ਆ ਜਾਵੇ ਤੇ ਫਿਰ ਹੁਣ ਸੋਚਦਾ ਹੈ ਕਿ ਸਭ ਕੁਝ ਫੜਿਆ ਤਾਂ ਗਿਆ, ਹੁਣ ਮੈਂ ਆਪਣੇ ਆਪ ਨੂੰ ਸੱਚਾ ਕਿਸ ਤਰ੍ਹਾਂ ਸਾਬਤ ਕਰਾਂ। ਬੜੇ ਕਠੋਰ ਬਚਨ ਬੋਲਦਾ ਸੀ ਗੁੱਸੇ ਵਿੱਚ ਆ ਕੇ। ਕਹਾਂ ਭਿਹੋ ਦਿਜ ਕੋ ਸਖਾਏ ਕੇ ਕਹਾਇਓ ਕੂਰ। ਕਹਿਣ ਲੱਗਾ ਫਿਰ ਕੀ ਹੋ ਗਿਆ? ਸਾਰੇ ਬੈਠੇ ਸਨ, ਸੁਣ ਰਹੇ ਸੀ। ਜਦੋਂ ਉਸ ਖਿਡਾਵੇ ਨੇ ਆ ਕੇ ਕਿਹਾ ਕਿ ਜ਼ਹਿਰ ਤਾਂ ਤੁਸੀਂ ਦੇਣ ਵਾਸਤੇ ਭੇਜਿਆ ਹੈ, ਅੱਗੋਂ ਪ੍ਰਿਥੀ ਚੰਦ ਕਹਿੰਦਾ ਫਿਰ ਕੀ ਹੋਇਆ? ਤੁਸੀਂ ਇਸ ਨੂੰ ਪ੍ਰੇਰ ਕੇ, ਇਹਨੂੰ ਸਿਖਾ ਕੇ ਮੇਰੇ ਤੇ ਤੁਮਤ ਲਾ ਰਹੇ ਹੋ। ਉਪਾਲੰਬ ਦੇ ਪਤ ਬਤਾਵੈ ਮਨ ਮੋਹਿ ਭੈ ਨਾ। ਤੇ ਮੈਨੂੰ ਉਲਾਂਭਾ ਦੇ ਰਹੇ ਹੋ, ਮਨ ਵਿੱਚ ਕਿਸੇ ਦੇ ਕੋਈ ਡਰ ਨਹੀਂ, ਭੈ ਨਹੀਂ ਹੈ। ਨਿੰਦਾ ਕੋ ਬਿਥਾਰੈ ਜਗ ਲੋਕਣ ਮੈਂ ਬਣੈ ਠੱਗ। ਤੇ ਮੇਰੀ ਨਿੰਦਿਆ ਜਿਹੜੀ ਜਗਤ ਵਿੱਚ ਫੈਲਾਉਣੀ ਚਾਹੁੰਦੇ ਹੋ, ਲੋਕਾਂ ਵਿੱਚ ਠੱਗ ਬਣ ਕੇ ਬੈਠੇ ਹੋ। ਆਪ ਕੋ ਪੁਜਾਵੇ ਅਸ ਅਗ ਪਾਸ ਤੇ ਦਰਬ ਲੈਣ। ਆਪਣੇ ਆਪ ਦੀ ਪੂਜਾ ਕਰਾ ਰਹੇ ਹੋ ਇਹਨਾਂ ਮੂਰਖ ਲੋਕਾਂ ਤੋਂ ਧਨ ਇਕੱਠਾ ਕਰਨ ਵਾਸਤੇ। ਕਰੈ ਉਤਪਾਤ ਮੈਂ ਨਾ ਡਰੋ ਇਨ ਬਾਤ ਨੀਤੀ। ਹਾਂ, ਇਹ ਉਪਦਰ ਕਰ ਰਹੇ ਹੋ, ਪਰ ਮੈਂ ਇਹਨਾਂ ਗੱਲਾਂ ਤੋਂ ਡਰਾਂਗਾ ਨਹੀਂ। ਕਿਉਂਕਿ ਕਈ ਵਾਰੀ ਬੰਦੇ ਨੂੰ ਇੰਜ ਲੱਗਦਾ ਹੈ ਕਿ ਮੈਂ ਜਿਹੜਾ ਕੰਮ ਕਰ ਰਿਹਾ ਉਹ ਸਹੀ ਹੈ। ਜਿਹੜੀਆਂ ਸਿੱਖ ਸੰਗਤਾਂ ਪੂਰੇ ਗੁਰੂ ਦੀ ਪਛਾਣ ਕਰਕੇ ਅਕਾਲ ਪੁਰਖ ਦੇ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸੀਸ ਨਿਵਾਉਂਦੀਆਂ ਨੇ, ਉਹਨਾਂ ਦੇ ਤਾਈਂ ਠੱਗ ਸ਼ਬਦ ਵਰਤ ਰਿਹਾ ਹੈ। ਕਹਿੰਦਾ ਹੈ ਕਿ ਇਹਨਾਂ ਠੱਗਾਂ ਤੋਂ ਪੂਜਾ ਕਰਾ ਕੇ ਤੁਸੀਂ ਧਨ ਇਕੱਠਾ ਕਰ ਰਹੇ। ਇਸੇ ਕਰਕੇ ਜਿਹੜੇ ਤਾਂ ਹੁਣ ਮੇਰੇ ਨਾਲ ਸਹਿਮਤ ਨੇ ਉਹ ਸਹੀ ਨੇ, ਤੇ ਜਿਹੜੇ ਦੂਜੇ ਹਨ ਉਹ ਠੱਗ ਨੇ। ਇਸ ਤਰ੍ਹਾਂ ਕਹਿੰਦਾ ਹੈ ਕਿ ਤੁਸੀਂ ਬੜੇ ਯਤਨ ਕੀਤੇ ਨੇ ਮੈਨੂੰ ਸਾਰਿਆਂ ਵਿੱਚ ਗਲਤ ਸਾਬਤ ਕਰਨ ਦੇ। ਘਾਤਨ ਬਣਾਵੈ ਸਗਰੇਨ ਕੋ ਸੁਨਾਏ ਦੇਣ। ਹਾਂ, ਇਹ ਤੁਸੀਂ ਬੜੇ ਦਾ ਪੇਚ ਖੇਡੇ ਨੇ ਸਾਰਿਆਂ ਨੂੰ ਸੁਣਾਉਣ ਵਾਸਤੇ। ਬੜੋ ਜਾਣ ਬੜੋ ਢੀਠ ਅਵਲੋਕ ਕੈ ਨਿਠੁਰ ਡੀਠ। ਜਦੋਂ ਸਤਿਗੁਰਾਂ ਨੇ ਦੇਖਿਆ ਕਿ ਇਹ ਤਾਂ ਬੜਾ ਢੀਠ ਹੈ, ਬੜਾ ਕਠੋਰ ਬੋਲ ਰਿਹਾ ਹੈ। ਆਪ ਜਾ ਕੋ ਮੀਠਾ ਵਿਚਾਰਿਓ ਗੁਰੂ ਅਰਜਨ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਚਾਰਿਆ ਕਿ ਆਪਣੇ ਆਪ ਨੂੰ ਇਹ ਸੱਚਾ ਸਾਬਤ ਕਰਨਾ ਚਾਹੁੰਦਾ ਹੈ। ਔਗਣ ਕਰਤ ਨਹੀਂ ਲਾਜ ਕੋ ਧਰਤ ਪੋਨਾ। ਔਗਣ ਕੀਤੇ ਨੇ ਪਰ ਹੁਣ ਸ਼ਰਮ ਨਹੀਂ ਮੰਨ ਰਿਹਾ। ਬਹੁਤ ਵੱਡੇ ਪਾਪ ਇਹਨੇ ਕੀਤੇ ਨੇ ਪਰ ਮੰਨਣ ਨੂੰ ਤਿਆਰ ਨਹੀਂ ਹੈ। ਵਕਤ ਕਠੋਰ ਬਣੈ ਬਾਤ ਨ ਮੈਂ ਸੁਰ ਜਾਣਾ। ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਬੜੀਆਂ ਕਠੋਰ ਕਰ ਰਿਹਾ ਹੈ। ਗੱਲਾਂ ਬਾਤਾਂ ਨਾਲ ਸੱਚਾ ਬਣਨਾ ਚਾਹੁੰਦਾ ਹੈ। ਆਨਨ ਪੈ ਭਣੈ ਦੀ ਜ਼ਮਾਨਤ ਨਾ ਕਰੈ ਜੀਵ। ਸਾਹਮਣੇ ਬੈਠਾ ਬੰਦਾ ਕਹਿ ਰਿਹਾ ਕਿ ਮੈਨੂੰ ਤੂੰ ਭੇਜਿਆ ਹੈ, ਪਰ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਹੈ। ਉਲਟੋ ਸੋ ਕ੍ਰੋਧ ਹੋਤ ਦੁਰ ਮਤ ਦੁਰ ਜਾਣਾ। ਬੜਾ ਖੋਟਾ ਹੈ, ਬੜਾ ਦੁਸ਼ਟ ਹੈ ਕਿ ਅੱਗੋਂ ਕਠੋਰ ਬੋਲ ਰਿਹਾ ਹੈ, ਅੱਗੋਂ ਝੂਠ ਬੋਲ ਰਿਹਾ ਹੈ। ਸਾਹਮਣੇ ਬੈਠਾ ਜਿਹੜਾ ਬ੍ਰਾਹਮਣ ਦੱਸ ਰਿਹਾ ਕਿ ਮੈਨੂੰ ਭੇਜਣ ਵਾਲਾ ਇਹ ਹੈ, ਜ਼ਹਿਰ ਇਹਨੇ ਮੈਨੂੰ ਦੇ ਕੇ ਭੇਜਿਆ ਹੈ, ਪਰ ਫਿਰ ਵੀ ਮੰਨਦਾ ਨਹੀਂ ਹੈ। ਜਾਂ ਕੈ ਹਿਤ ਪਾਪ ਤਰੈ ਔਗਣ ਅਨੇਕ ਕਰੈ। ਆਪਣੇ ਹਿੱਤ ਲਈ ਪਾਪ ਕਰਦਾ ਹੈ, ਅਨੇਕਾਂ ਹੀ ਔਗਣ ਇਸ ਵਿੱਚ ਹਨ। ਸੋ ਤੋ ਨਹੀਂ ਪਾਵੈ ਦਈ ਗੁਰਤਾ ਜੋ ਗੁਰ ਜਾਣਾ। ਪਰ ਜਿਹੜੀ ਗੁਰਤਾ ਗੁਰੂ ਰਾਮਦਾਸ ਜੀ ਨੇ ਆਪਣੇ ਜਨ ਸੇਵਕ ਨੂੰ ਦਿੱਤੀ ਹੈ ਨਾ, ਇੰਨਾ ਕੁਝ ਕਰਨ ਦੇ ਨਾਲ ਵੀ ਇਹ ਗੁਰਤਾ ਪਾ ਨਹੀਂ ਸਕੇਗਾ। ਦਾਤ ਜੋਤ ਖਸਮੈ ਵਡਿਆਈ, ਜਿਹੜੀ ਦਾਤ ਅਕਾਲ ਪੁਰਖ ਪਰਮੇਸ਼ਰ ਆਪਣੇ ਸੇਵਕ ਨੂੰ ਤੁਰਟ ਕੇ ਦੇ ਦੇਣ, ਬੰਦਾ ਲੱਖ ਯਤਨ ਕਰੇ ਕਿ ਮੈਂ ਇਹਦੇ ਪਾਸੋਂ ਖੋਹ ਲਵਾਂ, ਨਹੀਂ ਖੋ ਸਕਦਾ। ਕਿਉਂਕਿ ਮਿਲਦਾ ਤੇ ਬੰਦੇ ਨੂੰ ਭਾਗਾਂ ਅਨੁਸਾਰ ਹੈ ਨਾ। ਤੇ ਜਿਹਦੇ ਭਾਗਾਂ ਵਿੱਚ ਜੇ ਅਕਾਲ ਪੁਰਖ ਵਾਹਿਗੁਰੂ ਨੇ ਤੁਰਟ ਕੇ ਦਾਤ ਦਿੱਤੀ ਹੋਵੇ ਤੇ ਕਿਸ ਤਰ੍ਹਾਂ ਕੋਈ ਖੋ ਸਕਦਾ ਹੈ। ਪਰ ਬੰਦਾ ਅਨੇਕਾਂ ਯਤਨ ਕਰਦਾ ਹੈ। ਪਰ ਗੁਰਦੇਵ ਦੇ ਪਾਵਨ ਬਚਨ ਹਨ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਮਹਾਰਾਜ ਨੇ ਦੇਖਿਆ ਕਿ ਸਾਹਮਣੇ ਬੈਠਾ ਉਹ ਬ੍ਰਾਹਮਣ ਕਹਿ ਰਿਹਾ ਕਿ ਜ਼ਹਿਰ ਦੇਣ ਵਾਲਾ ਇਹ ਹੈ, ਪਰ ਫਿਰ ਆਪਣੇ ਆਪ ਨੂੰ ਸੱਚਾ ਸਾਬਤ ਕਰਦਾ ਹੈ। ਸਗੋਂ ਗੁੱਸੇ ਵਿੱਚ ਬੋਲ ਰਿਹਾ ਹੈ, ਕਠੋਰ ਬੋਲ ਰਿਹਾ ਹੈ। ਪਰ ਜਿਹੜੀ ਗੁਰਤਾ ਗੁਰੂ ਰਾਮਦਾਸ ਜੀ ਨੇ ਸੇਵਕ ਨੂੰ ਦਿੱਤੀ ਹੈ, ਇਹਨਾਂ ਯਤਨਾਂ ਨਾਲ ਨਹੀਂ ਲੈ ਸਕੇਗਾ। ਫਿਰ ਬੋਲਿਓ ਪਾਪ ਮਾਤੇ ਆ ਬੋਲੋ ਨਾ ਕੀਨ ਕੁਛ। ਹੁਣ ਵੱਡਾ ਪਾਪੀ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿਣ ਲੱਗਾ, ਕਿਉਂਕਿ ਮਤ ਪਾਪਾਂ ਨਾਲ ਭਰੀ ਸੀ, ਕਹਿੰਦਾ ਹਲੇ ਤੱਕ ਤੇ ਮੈਂ ਕੁਝ ਨਹੀਂ ਕੀਤਾ। ਉਦਮ ਕਰੈ ਹੋ ਆਸੇ ਅਧਿਕ ਵਿਚਾਰ ਕੈ। ਹੁਣ ਮੈਂ ਆਪਣੇ ਆਪ ਦੇ ਵਿੱਚ ਵਿਚਾਰ ਕਰਾਂਗਾ ਹਿਰਦੇ ਵਿੱਚ
ਤੇ ਮੈਂ ਹੁਣ ਜ਼ਰੂਰ ਉਦਮ ਕਰਾਂਗਾ। ਉਦਮ ਕਿਹੜਾ ਕਰਾਂਗਾ? ਤੁਹਾਡੇ ਪਾਸੋਂ ਗੁਰਤਾ ਗੱਦੀ ਲੈਣ ਦਾ। ਹੁਣ ਕਹਿੰਦਾ ਕਿ ਹਲੇ ਤੱਕ ਕੀਤਾ ਕੁਝ ਨਹੀਂ, ਪਰ ਇਹਨੇ ਕਿਹੜਾ ਯਤਨ ਕੀਤਾ ਨਹੀਂ। ਪਹਿਲਾਂ ਤੇ ਵਲ ਛਲ ਦੇ ਨਾਲ, ਧੋਖੇ ਨਾਲ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਦੇ ਸੁਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਤਮ ਕਰਾਂ ਤੇ ਗੁਰਤਾ ਸਾਡੇ ਘਰ ਆਵੇਗੀ। ਪਹਿਲਾਂ ਤੇ ਬੜੇ ਯਤਨ ਕੀਤੇ, ਪਰ ਕਹਿੰਦਾ ਹਲੇ ਤੱਕ ਮੈਂ ਯਤਨ ਕੋਈ ਨਹੀਂ ਸੀ ਕੀਤਾ, ਹੁਣ ਮੈਂ ਜ਼ਰੂਰ ਉਦਮ ਕਰਾਂਗਾ। ਪੁੱਤਰ ਕੇ ਸਮੇਤ ਤੋਏ ਜਮ ਤੇ ਨਕੇਤ ਪਠਾਉ। ਮੈਂ ਤੁਹਾਨੂੰ ਤੁਹਾਡੇ ਪੁੱਤ ਦੇ ਸਮੇਤ ਜਮਾਂ ਦੇ ਘਰ ਨੂੰ ਭੇਜਾਂਗਾ। ਕੋ ਦਿਨ ਬੀਤ ਲਿਓ ਠੇਕ ਉਰ ਧਾਰ ਕੈ। ਬਸ ਕੁਝ ਦਿਨ ਜਿਹੜੇ ਨੇ ਉਹ ਬਤੀਤ ਹੋ ਲੈਣ ਦੋ ਤੇ ਠੀਕ ਉਰ ਧਾਰ ਕੇ, ਜਦੋਂ ਮੈਨੂੰ ਠੀਕ ਲੱਗੇਗਾ ਨਾ ਫਿਰ ਮੈਂ ਤੁਹਾਨੂੰ ਦੱਸਾਂਗਾ। ਮੈਂ ਤਾਂ ਬੜੋ ਪੂਤ ਤਿਆਗ ਦੀਨਸ ਪਿਤਾ ਨ ਆਪ। ਮੈਂ ਤਾਂ ਵੱਡਾ ਸੀ ਨਾ ਤੇ ਗੁਰੂ ਰਾਮਦਾਸ ਜੀ ਨੇ ਮੈਨੂੰ ਛੱਡ ਦਿੱਤਾ। ਬਸ ਗੱਲ ਤੇ ਸਾਰੀ ਇਹ ਸੀ, ਹੁਣ ਸਾਹਮਣੇ ਆ ਗਈ। ਕਹਿੰਦਾ ਮੈਂ ਵੱਡਾ ਸੀ ਘਰ ਵਿੱਚੋਂ, ਪਰ ਪਿਤਾ ਗੁਰੂ ਰਾਮਦਾਸ ਨੇ ਨਹੀਂ ਵਿਚਾਰਿਆ। ਬੈਸ ਮੈਂ ਅਲਪ ਲੀਨ ਗੁਰਤਾ ਹੰਕਾਰ ਕੈ। ਤੁਸੀਂ ਹੰਕਾਰ ਕਰਕੇ ਉਮਰ ਵਿੱਚ ਛੋਟੇ ਸੀ ਤੇ ਗੁਰਤਾ ਗੱਦੀ ਲੈ ਲਈ। ਕੋਈ ਤੋ ਕਰੈ ਗੁ ਨਿਆਏ ਕੈਸੇ ਕੇ ਅਨਿਆਏ ਹੋਏ। ਕੋਈ ਤਾਂ ਹੋਵੇਗਾ ਜਿਹੜਾ ਮੇਰੇ ਨਾਲ ਨਿਆਂ ਕਰੇਗਾ, ਪਰ ਇਹ ਨਿਆਂ ਤਾਂ ਗੁਰੂ ਰਾਮਦਾਸ ਜੀ ਨੇ ਅਕਾਲ ਪੁਰਖ ਨੇ ਆਪ ਕੀਤਾ ਹੈ। ਜੋਗ ਜਾਣ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਤਾ ਤੇ ਬਿਠਾਇਆ। ਕਹਿੰਦਾ ਹੈ ਕਿ ਮੈਂ ਵੱਡਾ ਸੀ, ਮੈਨੂੰ ਪਿਤਾ ਨੇ ਛੱਡ ਦਿੱਤਾ, ਤੂੰ ਹੰਕਾਰੀ ਸੀ ਤੇ ਹੰਕਾਰੀ ਬਣ ਕੇ ਗੁਰਤਾ ਗੱਦੀ ਲੈ ਲਈ। ਕੋਈ ਤਾਂ ਹੋਵੇਗਾ ਜਿਹੜਾ ਮੇਰੇ ਨਾਲ ਨਿਆਂ ਕਰੇਗਾ। ਨਾ ਤੁਰ ਅੰਧੇਰ ਪਰੈ ਜਾਗੇ ਵਿਚਾਰ ਕੈ। ਜੇ ਇਸ ਤਰ੍ਹਾਂ ਨਿਆਂ ਹੋਵੇ ਨਾ ਤੇ ਵਿਚਾਰ ਤੋਂ ਬਿਨਾਂ ਸੰਸਾਰ ਤਾਂ ਹਨੇਰਾ ਹੀ ਛਾ ਜਾਵੇ। ਜੇ ਨਿਆਂ ਨਾ ਹੋਵੇ, ਨਿਆਂ ਕੋਈ ਕਰੇ ਨਾ, ਅਨਿਆਂ ਹੀ ਹੋਵੇ ਤੇ ਫਿਰ ਜਗਤ 'ਚ ਹਨੇਰਾ ਹੀ ਛਾ ਜਾਵੇਗਾ। ਸ੍ਰੀ ਗੁਰੂ ਬਖਾਨੇ ਕੁਛ ਨਈ ਨਹਿ ਰੀਤ ਠਾਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਭਰਾ ਜੀ ਇਹ ਕੋਈ ਨਵੀਂ ਰੀਤ ਨਹੀਂ ਹੈ ਕਿ ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਗੁਰਤਾ ਜਿਹੜੀ ਦਿੱਤੀ ਹੈ ਨਾ, ਇਹ ਕੋਈ ਨਵੀਂ ਰੀਤ ਨਹੀਂ ਚੱਲੀ। ਆਦ ਹੂੰ ਤੇ ਚਲੀ ਆਏ ਬਿਦਤ ਜਗਤ ਹੈ। ਜਗਤ ਵਿੱਚ ਬਿਦਤ ਪ੍ਰਗਟ ਹੈ ਕਿ ਆਦ ਤੋਂ ਸ਼ੁਰੂ ਤੋਂ ਇਹ ਰੀਤ ਚੱਲੀ ਆਈ ਹੈ। ਭਏ ਗੁਰੂ ਨਾਨਕ ਸੁਪੁੱਤਰ ਦੋਏ ਮਹਾਮਤ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੱਡੇ ਪੁੱਤਰ ਜਿਹੜੇ ਹੋਏ ਨੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ, ਇਹ ਮਹਾਨ ਮਤ ਵਾਲੇ ਹੋਏ ਹਨ। ਸੇਵਾ ਨਹਿ ਲਗੈ ਲੀਨ ਸੇਵਾ ਜੋ ਲਗਤ ਹੈ। ਪਰ ਗੁਰਤਾ ਗੱਦੀ ਕਿਹਦੇ ਹਿੱਸੇ ਆਈ ਜੀ? ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ। ਬਾਬਾ ਲਹਿਣਾ ਜੀ ਨੇ ਕੀਤੀ ਹੈ ਸੇਵਾ ਕਰਕੇ। ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਤਾ ਪ੍ਰਾਪਤ ਕੀਤੀ ਹੈ। ਦੂਜੇ ਗੁਰੂ ਅੰਗਦ ਉਦਾਰ ਚਿਤ ਗਿਆਨ ਰੂਪ। ਗਿਆਨ ਸਰੂਪ ਉਦਾਰ ਚਿਤ ਦੂਜੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਹੋਏ ਨੇ। ਦੋਨੋਂ ਸੁਤ ਦੀਨ ਨਹੀਂ ਲੀਨ ਜੋ ਭਗਤ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਸੀ ਦਿੱਤੀ। ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ, ਇਹਨਾਂ ਨੂੰ ਗੁਰਤਾ ਗੱਦੀ ਨਹੀਂ ਸੀ ਦਿੱਤੀ। ਤੀਜੇ ਗੁਰੂ ਅਮਰ ਬਿਰਾਜੇ ਤਿੰਨ ਨੰਦ ਦੋਏ ਨੰਦ। ਤੀਸਰੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸੇਵਾ ਕਰਕੇ ਗੁਰਤਾ ਗੱਦੀ ਲਈ ਹੈ। ਫਿਰ ਤੀਜੇ ਸਤਿਗੁਰੂ ਗੁਰੂ ਅਮਰਦਾਸ ਜੀ, ਉਹਨਾਂ ਦੇ ਦੋ ਸੁਪੁੱਤਰ ਸਨ, ਬਾਬਾ ਮੋਹਨ ਤੇ ਬਾਬਾ ਮੋਰੀ ਜੀ। ਸ਼ੂਸ਼ ਰਹੇ ਆਣ ਥਾਨ ਜੋਗ ਤੋ ਜਗਤ ਹੈ। ਤੇ ਉਹਨਾਂ ਨੇ ਪੁੱਤਰਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਤੇ ਇਹ ਜਿਹੜੀ ਗੁਰਤਾ ਸੀ, ਆਨ ਥਾਨ ਜੋਤ ਜਗਤ ਹੈ। ਹੋਰ ਥਾਂ ਦੇ ਉੱਤੇ ਜੋਤ ਜਗੀ। ਕਿੱਥੇ ਜਗੀ? ਗੁਰੂ ਰਾਮਦਾਸ ਜੀ ਦੇ ਹਿਰਦੇ ਵਿੱਚ ਜੋਤ ਜਗਾ ਦਿੱਤੀ। ਚੌਥੇ ਗੁਰੂ ਰਾਮਦਾਸ ਪਰਮ ਪ੍ਰਕਾਸ਼ਵਾਨ। ਇਸੇ ਤਰ੍ਹਾਂ ਚੌਥੇ ਸਤਿਗੁਰੂ ਹੋਏ ਨੇ ਗੁਰੂ ਰਾਮਦਾਸ ਜੀ ਪਰਮ ਪ੍ਰਕਾਸ਼ਮਾਨ। ਸੇਵਾ ਕਰੀ ਜਾਣ ਕੇ ਬਿਠਾਏ ਗਾਦੀ ਹਮਕੋ। ਉਹਨਾਂ ਨੇ ਸਾਨੂੰ ਸੇਵਕ ਜਾਣ ਕੇ, ਲਾਇਕ ਜਾਣ ਕੇ ਗੁਰਤਾ ਤੇ ਬਿਠਾਇਆ ਹੈ। ਕਿਉਂਕਿ ਜਦੋਂ ਪਰਖ ਕੀਤੀ ਸੀ ਪੁੱਤਰਾਂ ਦੀ ਤੇ ਬਾਬੇ ਪ੍ਰਿਥੀ ਚੰਦ ਨੇ ਇਨਕਾਰ ਕਰ ਦਿੱਤਾ। ਬਾਬਾ ਮਹਾਦੇਵ ਮਸਤ ਸੁਭਾਅ ਸੀ, ਪਰ ਸ਼੍ਰੀ ਅਰਜਨ ਦੇਵ ਸਾਹਿਬ ਜੀ ਨੇ ਉੱਠ ਕੇ ਪਿਤਾ ਗੁਰੂ ਦਾ ਬਚਨ ਮੰਨਿਆ। ਕਿਹਾ ਸੀ, ਮਹਾਰਾਜ ਇਹ ਤਾਂ ਤੁਸੀਂ ਮੈਨੂੰ ਲਾਹੌਰ ਵਿਆਹ ਦੇ ਵਿੱਚ ਭੇਜ ਰਹੇ ਹੋ, ਜੇ ਉੱਥੇ ਵੀ ਭੇਜੋ ਨਾ ਜਿੱਥੇ ਜਾਣ ਨੂੰ ਖਤਰਾ ਹੋਵੇ, ਵਾਪਸ ਨਹੀਂ ਆਉਣ ਦਾ ਕੋਈ ਉੱਥੇ ਹੋਵੇ, ਮੈਂ ਉੱਥੇ ਵੀ ਜਾਣ ਨੂੰ ਤਿਆਰ ਹਾਂ। ਤੇ ਗੁਰੂ ਰਾਮਦਾਸ ਜੀ ਨੇ ਫਿਰ ਪ੍ਰਸੰਨ ਹੋ ਕੇ, ਮਾਤਾ ਭਾਨੀ ਨੇ ਪ੍ਰਸੰਨ ਹੋ ਕੇ ਬਚਨ ਕਹੇ ਸਨ ਕਿ ਪੂਤਾ ਮਾਤਾ ਕੀ ਆਸੀਸ, ਪੁੱਤਰਾ ਤੈਨੂੰ ਤੇਰੀ ਮਾਂ ਦੀ ਅਸੀਸ ਹੈ। ਨਿਮਖ ਨ ਬਿਸਰੋ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼। ਮਹਾਰਾਜ ਕਹਿੰਦੇ ਨੇ ਬਾਬੇ ਪ੍ਰਿਥੀ ਚੰਦ ਨੂੰ, ਕਿਉਂਕਿ ਪ੍ਰਿਥੀ ਚੰਦ ਨੇ ਕਿਹਾ ਮੈਂ ਵੱਡਾ ਸੀ, ਗੁਰਤਾ ਮੈਨੂੰ ਮਿਲਣੀ ਚਾਹੀਦੀ ਸੀ, ਤੂੰ ਛੋਟਾ ਹੰਕਾਰੀ ਬਣ ਕੇ ਗੁਰਤਾ ਲੈ ਗਏ। ਮਹਾਰਾਜ ਕਹਿੰਦੇ ਨਵੀਂ ਰੀਤ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪੁੱਤਰਾਂ ਨੂੰ ਨਹੀਂ ਦਿੱਤੀ, ਸੇਵਕ ਨੂੰ ਗੱਦੀ ਦਿੱਤੀ।
ਗੁਰੂ ਅੰਗਦ ਦੇਵ ਸਾਹਿਬ ਨੇ ਪੁੱਤਰ ਛੱਡ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ। ਗੁਰੂ ਅਮਰਦਾਸ ਜੀ ਨੇ ਪੁੱਤਰਾਂ ਨੂੰ ਇੱਕ ਪਾਸੇ ਰੱਖ ਕੇ ਇਹ ਗੁਰਤਾ ਗੱਦੀ, ਇਹ ਜੋਤ ਗੁਰੂ ਰਾਮਦਾਸ ਜੀ ਦੇ ਹਿਰਦੇ 'ਚ ਜਗਾਈ ਤੇ ਗੁਰੂ ਰਾਮਦਾਸ ਪਿਤਾ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਸਾਨੂੰ ਸੇਵਕ ਜਾਣ ਕੇ ਗੁਰਤਾ ਤੇ ਬਿਠਾਇਆ ਹੈ। ਜਥਾ ਜੋਗ ਜਾਣੈ ਕੈ ਅਜੋਗ ਕੋ ਬਖਾਨੈ ਈਸੋ। ਤੇ ਇਹ ਗੱਲ ਤੂੰ ਚੰਗੀ ਤਰ੍ਹਾਂ ਜਾਣਦਾ ਵੀ ਹੈ, ਕਿਉਂਕਿ ਇਤਿਹਾਸ ਤਾਂ ਆਪਾਂ ਸਾਰੇ ਜਾਣਦੇ ਹਾਂ ਤੇ ਇਹ ਗੱਲ ਬਾਬੇ ਪ੍ਰਿਥੀ ਚੰਦ ਤੋਂ ਵੀ ਓਲੇ ਨਹੀਂ ਸੀ। ਮਹਾਰਾਜ ਕਹਿੰਦੇ ਨੇ ਤੂੰ ਬਿਲਕੁਲ ਚੰਗੀ ਤਰ੍ਹਾਂ ਜਾਣਦਾ ਹੈ, ਪਰ ਫਿਰ ਵੀ ਅਯੋਗ ਗੱਲ ਕਰ ਰਿਹਾ ਹੈ। ਜਹਾਂ ਕਹਾਂ ਮਨ ਨਹਿ ਪਾਵੈ ਅਬ ਤੁਮਕੋ। ਜਿੱਥੇ ਕਿਤੇ ਤੂੰ ਇਹ ਗੱਲ ਮੰਨਦਾ ਨਹੀਂ, ਇਸ ਯਤਨ ਦੇ ਨਾਲ ਤੂੰ ਨਹੀਂ ਪਾ ਸਕਦਾ। ਈਰਖਾ ਕਰੇ ਤੇ ਏਕ ਹਿਰਦੇ ਕੋ ਸੰਤਾਪ ਲੇਹ। ਬਸ ਹੋਵੇਗਾ ਕਿ ਇੱਥੇ ਜਿੱਥੇ ਮਰਜ਼ੀ ਯਤਨ ਕਰ ਲਵੇਂ, ਭਾਵੇਂ ਇੱਥੇ ਭਾਵੇਂ ਕਿਤੇ ਹੋਰ ਕਿਤੇ, ਕਿਉਂਕਿ ਸਤਿਗੁਰੂ ਜਾਣਦੇ ਨੇ ਹੁਣ ਇਹਨੇ ਆਪਣਾ ਮੂੰਹ ਦਿੱਲੀ ਵੱਲ ਕਰਨਾ ਹੈ, ਉਧਰ ਨੂੰ ਰੁੱਖ ਕਰਨਾ ਹੈ। ਸਤਿਗੁਰੂ ਕਹਿੰਦੇ ਤੂੰ ਜਿੱਧਰ ਮਰਜ਼ੀ ਜਾ, ਇਹ ਇਸ ਤਰ੍ਹਾਂ ਯਤਨਾਂ ਨਾਲ ਤੈਨੂੰ ਪ੍ਰਾਪਤ ਨਹੀਂ ਹੋਣਾ। ਹੋਵੇਗਾ ਕਿ ਸਗੋਂ ਈਰਖਾ ਵਸ ਹੋ ਕੇ ਤੇ ਆਪਣਾ ਅੰਦਰ ਜਿਹੜਾ ਹੈ ਉਹ ਦੁਖਾਵੇਂਗਾ। ਦੇਖ ਦੇਖ ਪਾਏ ਦੁਖ ਪਾਏ ਨਹੀਂ ਸਮ ਕੋ। ਦੇਖ ਦੇਖ ਕੇ ਦੁਖੀ ਹੋਵੇਂਗਾ ਤੇ ਫਿਰ ਵੀ ਸਮਾਨਤਾ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਬਰਾਬਰੀ ਤਾਂ ਉਦੋਂ ਹੁੰਦੀ ਹੈ ਜਦੋਂ ਅਕਾਲ ਪੁਰਖ ਕਰਾਵੇ ਬੰਦੇ ਦੇ ਲੱਖ ਯਤਨਾਂ ਦੇ ਨਾਲ। ਹਾਂ, ਉਹ ਮਿਹਨਤ ਕਰੇ, ਸੇਵਾ ਕਰੇ, ਉਹਦੇ ਉੱਤੇ ਅਕਾਲ ਪੁਰਖ ਤੁਰਟ ਕੇ ਬਖਸ਼ਿਸ਼ ਝੋਲੀ ਪਾ ਦੇਣ, ਉਹ ਤਾਂ ਅਕਾਲ ਪੁਰਖ ਦੀ ਰੱਬੀ ਦਾਤ ਹੋਈ ਨਾ। ਪਰ ਬੰਦਾ ਈਰਖਾਵਸ ਹੋ ਕੇ ਸੋਚੇ ਕਿ ਮੈਂ ਇਹਦੇ ਪਾਸੋਂ ਇਹ ਖੋਹ ਲਵਾਂ, ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ ਹੋਵੇਗਾ। ਹੋਵੇਗਾ ਕਿ ਸਗੋਂ ਅੰਦਰੋਂ ਈਰਖਾ ਦੇ ਨਾਲ ਆਪਣਾ ਅੰਦਰ ਸਾੜੇਗਾ। ਯਤਨ ਅਨੇਕ ਤੇ ਵਿਵੇਕਹੀਨ ਗੁਰੂ ਹੋਇ ਨਾ। ਹਾਂ, ਯਤਨ ਅਨੇਕ ਕਰ ਰਿਹਾ ਹੈ ਤੇ ਵਿਵੇਕ ਤੋਂ ਹੀਣਾ ਹੈ ਨਾ, ਗਿਆਨ ਤੋਂ ਹੀਣਾ ਹੈ, ਤੇ ਫਿਰ ਗਿਆਨ ਤੋਂ ਹੀਣਾ ਗੁਰੂ ਨਹੀਂ ਜੇ ਹੁੰਦਾ। ਗੁਰੂ ਤਾਂ ਗਿਆਨਵਾਨ ਹੈ, ਗੁਰੂ ਤੋਂ ਬਿਨਾਂ ਤੇ ਗਿਆਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਹਨ ਤੂੰ ਅਨੇਕਾਂ ਯਤਨ ਕਰ ਰਿਹਾ ਹੈ, ਪਰ ਗਿਆਨ ਤੋਂ ਹੀਣਾ ਜਿਹੜਾ ਗੁਰੂ ਨਹੀਂ ਹੋਵੇਗਾ। ਜਿਹੜਾ ਆਪ ਹੀ ਨਹੀਂ ਈਰਖਾ ਕਰ ਰਿਹਾ ਹੈ, ਉਹ ਸਿੱਖਾਂ ਦੇ ਮਨਾਂ ਦੇ ਵਿੱਚੋਂ ਈਰਖਾ ਕਿਸ ਤਰ੍ਹਾਂ ਦੂਰ ਕਰ ਸਕਦਾ ਹੈ। ਗੁਰੂ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਤਤੀ ਤਵੀ ਤੇ ਵੀ ਬੈਠ ਕੇ ਮਹਾਰਾਜ ਨੇ ਤਿਲ ਨਾ ਦੀਨੋ ਦੋਸ਼, ਕਿਸੇ ਨੂੰ ਦੋਸ਼ ਨਹੀਂ ਦਿੱਤਾ, ਸਗੋਂ ਤੇਰਾ ਕੀਆ ਮਿੱਠਾ ਲੱਗ। ਸਤਿਗੁਰੂ ਕਹਿੰਦੇ ਤੇਰਾ ਅੰਦਰ ਆਪ ਈਰਖਾ ਨਾਲ ਸੜ ਰਿਹਾ ਹੈ, ਫਿਰ ਗਿਆਨ ਤੋਂ ਹੀਣਾ ਹੈ ਨਾ, ਕਿਉਂਕਿ ਗਿਆਨੀ ਤਾਂ ਈਰਖਾ ਕਰਦੇ ਹੀ ਨਹੀਂ, ਤੇ ਫਿਰ ਅਗਿਆਨੀ ਜਿਹੜਾ ਉਹ ਗੁਰੂ ਨਹੀਂ ਹੁੰਦਾ। ਐਸੇ ਭਾਰ ਧਾਰ ਹੈ ਵਿਚਾਰ ਤਿਆਗ ਸਗਮ ਕੋ। ਤੇ ਇਸ ਤਰ੍ਹਾਂ ਤੂੰ ਕੈਸੇ ਭਾਰ ਧਾਰ ਹੈ, ਕਿਸ ਤਰ੍ਹਾਂ ਗੁਰਤਾ ਗੱਦੀ ਦਾ ਭਾਰ ਸੰਭਾਲੇਗਾ। ਪਹਿਲਾਂ ਤੇ ਇਹ ਕਮਾਈ ਕਰਕੇ ਆਪਣੇ ਆਪ ਨੂੰ ਯੋਗ ਬਣਾਉਂਦੋ, ਹੁਣ ਇਹਨਾਂ ਗੁਰਤਾ ਗੱਦੀ ਦਾ ਭਾਰ ਕਿਸ ਤਰ੍ਹਾਂ ਸਹਾਰੇਗਾ। ਵਿਚਾਰ ਤਿਆਗ ਗਮ ਕੋ। ਮਹਾਰਾਜ ਕਹਿੰਦੇ ਵਿਚਾਰ ਛੱਡ ਦੇ ਤੇ ਇਹ ਤੇਰੇ ਗਮ ਜਿਹੜੇ ਦੁੱਖ ਉਹ ਵੀ ਤੈਨੂੰ ਛੱਡ ਜਾਣਗੇ। ਸੁਣ ਕੈ ਸੋ ਪਾਇਓ ਦੁਖ ਬੋਲਿਓ ਕਰ ਲਾਲ ਮੁਖ। ਸੁਣ ਕੇ ਬਾਬਾ ਪ੍ਰਿਥੀ ਚੰਦ ਤੇ ਬੜਾ ਦੁਖੀ ਹੋਇਆ ਤੇ ਆਪਣਾ ਜਿਹੜਾ ਮੂੰਹ ਸੀ ਗੁੱਸੇ ਵਿੱਚ ਲਾਲ ਕਰ ਲਿਆ। ਪਹਿਲਾਂ ਯਤਨ ਕੀਤੇ, ਧੋਖੇ ਨਾਲ ਵਲ ਛਲ ਕੀਤਾ, ਹੁਣ ਪਾਪ ਸਾਹਮਣੇ ਆ ਗਏ, ਹੁਣ ਗੁੱਸੇ ਵਿੱਚ ਆ ਗਿਆ ਤੇ ਆਪਣਾ ਚਿਹਰਾ ਲਾਲ ਕਰ ਲਿਆ। ਬੈਠਣ ਨਾ ਦੇਉ ਸੁਖ ਬਾਤ ਜੋ ਬਨਾਈ ਆਪ। ਮੈਂ ਤੁਹਾਨੂੰ ਚੈਨ ਨਾਲ ਬੈਠਣ ਨਹੀਂ ਦਵਾਂਗਾ, ਬੜੇ ਸੁੱਖ ਦੇ ਨਾਲ ਇੱਥੇ ਬੈਠਿਆਂ ਤੁਸੀਂ ਗੱਲਾਂ ਬਣਾ ਲਈਆਂ ਨੇ। ਲਗੁਣਤ ਕੇ ਪਾਸ ਤੇ ਖਸੋਟ ਤਿਉ ਜੋ ਬਲੀ ਹੋਏ। ਜਿਹੜਾ ਬਲੀ ਹੁੰਦਾ ਹੈ, ਤਾਕਤਵਰ ਹੁੰਦਾ ਹੈ, ਵੱਡਾ ਹੁੰਦਾ ਹੈ, ਉਹ ਛੋਟੇ ਤੋਂ ਮਾੜੇ ਤੋਂ ਕਮਜ਼ੋਰ ਤੋਂ ਪਾਸੋਂ ਦੀ ਵਸਤੂ ਖੋਹ ਲੈਂਦਾ ਹੈ। ਹੁਣ ਹੰਕਾਰ ਸਿਰ ਚੜ੍ਹ ਕੇ ਬੋਲਿਆ ਨਾ, ਕਹਿੰਦਾ ਇੱਥੇ ਆਓ। ਹੁਣ ਮੈਂ ਤੁਹਾਨੂੰ ਦੱਸਦਾ, ਜਿਹੜਾ ਬਲੀ ਹੁੰਦਾ ਸੋਚਦਾ ਸੀ ਮੈਂ ਬਲੀ ਹਾਂ ਤਾਂ ਗੁਰੂ ਅਰਜਨ ਦੇਵ ਸਾਹਿਬ ਉੱਠ ਕੇ ਮੇਰਾ ਅਦਬ ਰੱਖਦੇ, ਤਾਂ ਸਤਿਕਾਰ ਕਰਦੇ ਨੇ, ਤਾਂ ਹੱਥ ਜੋੜਦੇ ਨੇ। ਪਰ ਸਤਿਗੁਰੂ ਤਾਂ ਵੱਡੇ ਭਰਾ ਹੋਣ ਦਾ ਇਹਨੂੰ ਮਾਣ ਦਿੰਦੇ ਸੀ। ਮਹਾਰਾਜ ਵਿੱਚ ਤਾਂ ਨਿਮਰਤਾ ਇੰਨੀ ਹੈ, ਇਹਨੇ ਮਨ ਵਿੱਚ ਸੋਚ ਲਿਆ ਕਿ ਮੈਂ ਵੱਡਾ। ਕਹਿੰਦਾ ਜਿਹੜਾ ਵੱਡਾ ਹੁੰਦਾ ਹੈ ਨਾ, ਤਾਕਤਵਰ ਹੁੰਦਾ ਹੈ, ਉਹ ਮਾੜੇ ਪਾਸੋਂ ਦੀ ਵਸਤੂ ਖੋਹ ਲੈਂਦਾ ਹੈ। ਜੈਸੇ ਕੈਸੇ ਮਾਰ ਲੇਤ ਜਾਣਤ ਹੈ ਲੋਕ ਸਭ। ਇਹ ਸਾਰੇ ਲੋਕ ਜਾਣਦੇ ਨੇ ਕਿ ਜਿੱਦਾਂ ਕਿੱਦਾਂ ਵੀ ਜਿਹੜਾ ਤਕੜਾ ਉਹਦਾ ਜ਼ੋਰ ਚੱਲ ਹੀ ਜਾਂਦਾ ਹੈ। ਪਿਤਾ ਕੀ ਕਰੀ ਕੋ ਫੇਰ ਦੇਤ ਹੋਇਆ ਨਾ ਬਲ ਪਾਏ। ਮੈਂ ਬਲ ਪਾ ਕੇ ਤਾਕਤ ਦੇ ਨਾਲ ਪਿਤਾ ਦੀ ਕੀਤੀ ਨੂੰ ਵੀ ਫੇਰ ਦਾਂਗਾ, ਬਦਲ ਦਾਂਗਾ। ਇਹ ਸੋਚ ਰਿਹਾ ਸੀ ਕਿ ਗੁਰਤਾ ਗੱਦੀ ਕਿਸੇ ਸਿੰਘਾਸਨ ਦਾ ਨਾਮ ਹੈ, ਕਿਸੇ ਕੁਰਸੀ ਦਾ ਨਾਮ ਹੈ, ਪਰ ਅਸਲ ਵਿੱਚ ਇਸ ਤਰ੍ਹਾਂ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਿੰਘਾਸਨ ਤੇ ਬਿਰਾਜਮਾਨ ਸੀਸ ਤੇ ਛਤਰ ਝੁੱਲ ਰਿਹਾ ਹੈ, ਚੌਰ ਹੋ ਰਿਹਾ ਹੈ। ਪਰ ਸਤਿਗੁਰੂ ਸਮਾਂ ਵੀ ਆਉਂਦਾ ਹੈ ਕਿ ਲਾਹੌਰ ਦੀ ਧਰਤੀ ਤੇ ਤਤੀ ਤਵੀ ਤੇ ਵੀ ਬਿਰਾਜਮਾਨ ਹੁੰਦੇ ਨੇ, ਸੀ ਨਹੀਂ ਕਰਦੇ। ਹੁਣ ਐਸੇ ਗੁਣ ਤਾਂ ਪੂਰੇ ਗੁਰੂ ਵਿੱਚ ਹੀ ਸਨ। ਉਸ ਵੇਲੇ ਬਾਬਾ ਪ੍ਰਿਥੀ ਚੰਦ ਕਹਿੰਦਾ ਹੈ ਤੁਸੀਂ ਕਹਿੰਦੇ ਹੋ ਪਿਤਾ ਨੇ ਕੀਤਾ। ਜਿਹੜਾ ਤਾਕਤਵਰ ਹੁੰਦਾ ਹੈ ਕਮਜ਼ੋਰ ਤੋਂ ਸਾਰਾ ਕੁਝ ਖੋਹ ਲੈਂਦਾ ਹੈ,
ਫਿਰ ਮੈਂ ਪਿਤਾ ਦੀ ਕੀਤੀ ਨੂੰ ਵੀ ਬਦਲ ਸਕਦਾ ਹਾਂ। ਤਿਸੀ ਅਨੁਸਾਰ ਬਣ ਜਾਤ ਹੈ ਕਹੈ ਜੋ ਸਭ। ਤੇ ਉਸੇ ਅਨੁਸਾਰ ਹੀ ਸਾਰੇ ਹੋ ਜਾਂਦੇ ਨੇ ਜਿਹੜਾ ਤਾਕਤਵਰ ਹੁੰਦਾ ਹੈ। ਤੁਸੀਂ ਸੋਚ ਰਹੇ ਹੋ ਕਿ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ, ਹੋਰ ਸਿੱਖ ਤੁਹਾਡੇ ਵੱਲ ਨੇ, ਪਰ ਤੁਹਾਨੂੰ ਇਹ ਸਾਰਾ ਸੰਸਾਰ ਜਾਣਦਾ ਜਿਹੜਾ ਤਾਕਤਵਰ ਹੁੰਦਾ ਹੈ, ਸਾਰੇ ਲੋਕ ਉਹਦੇ ਵੱਲ ਝੁਕ ਜਾਂਦੇ ਨੇ। ਇਹ ਤਾਂ ਉਹ ਲੋਕ ਝੁਕਦੇ ਨੇ ਜੇ ਕੋਈ ਸਮਾਜਿਕ ਵਸਤੂਆਂ ਹੋਣ, ਸਮਾਜਿਕ ਸੰਘਾਸਨ ਹੋਣ, ਉਹਨਾਂ ਵੱਲ ਲੋਕਾਂ ਦਾ ਝੁਕਾਅ ਹੁੰਦਾ ਹੈ। ਪਰ ਇਹ ਗੁਰਤਾ ਗੱਦੀ, ਇਹ ਜੋਤ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਜਗ ਰਹੀ, ਤੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਬਿਰਾਜਮਾਨ ਹੋਣ, ਉਹਨਾਂ ਕੋਲੋਂ ਸੰਘਾਸਨ ਖੋਣਾ ਇਹ ਕਿੱਥੋਂ ਦੀ ਗੱਲ ਸੀ। ਕਹਿਣ ਲੱਗਾ ਕਿ ਲੋਕ ਤਾਕਤਵਰ ਵੱਲ ਸਾਰੇ ਆਪਣੇ ਝੁਕਾਅ ਰੱਖਦੇ ਹਨ। ਨਿਬਲ ਪੈ ਸ਼ੋਰਾ ਕੌਣ, ਮੈਂ ਤੋ ਰਹਿਓ ਮੋਣ ਧਰ। ਮੈਂ ਤਾਂ ਬਸ ਹਲੇ ਚੁੱਪ ਕਰਕੇ ਬੈਠਾ ਸੀ, ਨਹੀਂ ਤਾਂ ਜਿਹੜਾ ਕਮਜ਼ੋਰ ਹੋਵੇ ਉਹਦੇ ਕੋਲ ਕੋਈ ਵਸਤੂ ਨਹੀਂ ਰਹਿਣ ਦਿੰਦਾ। ਦੇਖ ਹੈ ਤਮਾਸ਼ੂ ਅਬ ਜ਼ੋਰ ਕਰ ਲਿਉ ਜਬ। ਹੁਣ ਮੈਂ ਜ਼ੋਰ ਦੇ ਨਾਲ ਤੁਹਾਡੇ ਪਾਸੋਂ ਸਾਰਾ ਕੁਝ ਲਾਂਗਾ, ਤੁਸੀਂ ਬੈਠ ਕੇ ਤਮਾਸ਼ਾ ਦੇਖੋ। ਬਲੀ ਜੇ ਅਨੀਤ ਕਰੇ ਮਤ ਵਿਪਰੀਤ ਧਰੈ। ਤੇ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ, ਜੇ ਬਲੀ ਅਨੀਤ ਕਰੇ, ਜੇ ਉਹਦੇ ਵਿੱਚ ਬਲ ਹੋਵੇ ਨਾ, ਬੰਦਾ ਬਹੁਤ ਤਾਕਤਵਰ ਹੋਵੇ, ਤੇ ਜਦੋਂ ਤਾਕਤਵਰ ਹੋ ਕੇ ਕਿਸੇ ਨਾਲ ਅਨੀਤ ਕਰੇ, ਅਯੋਗ ਕੰਮ ਕਰੇ, ਗਲਤ ਕੰਮ ਕਰੇ ਬਲੀ, ਨਾ ਕੋ ਪ੍ਰਭੂ ਹਰੈ ਹਾਰ ਜਾਤ ਹੈ ਹੰਕਾਰ ਤੇ। ਮਹਾਰਾਜ ਕਹਿੰਦੇ ਉਹਦੀ ਮਤ ਵਿਪਰੀਤ ਹੋ ਜਾਵੇ ਨਾ, ਹੰਕਾਰੀ ਹੋਵੇ ਬਲੀ, ਤੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਾਰ ਜਾਤ ਹੈ ਹੰਕਾਰ ਤੇ, ਉਹਨੂੰ ਹਰਾ ਦਿੰਦਾ ਹੈ। ਕੌਣ? ਉਹਦਾ ਹੰਕਾਰ। ਇਹਨੇ ਕਿਹਾ ਕਿ ਮੈਂ ਆਪਣਾ ਜ਼ੋਰ ਦਿਖਾਵਾਂਗਾ। ਇਹਨੂੰ ਧਨ ਦਾ ਮਾਣ ਸੀ ਨਾ, ਜਿਹਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਕੀਤਾ ਹੈ, ਜਿਸ ਧਨ ਕਾ ਤੁਮ ਗਰਭ ਕਰਤ ਹੋ। ਇਸੇ ਧਨ ਦਾ ਮਾਣ ਕਰਕੇ ਇਹਨੇ ਆਪਣਾ ਰੁਖ ਕਰਨਾ ਹੈ, ਜਿਹੜੀ ਦਿੱਲੀ ਦਾ ਤਖਤ ਸੀ, ਜਹਾਂਗੀਰ ਦੀ ਗੱਦੀ ਸੀ, ਉਧਰ ਨੂੰ। ਤੇ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਨੂੰ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਮਹਾਰਾਜ ਕਹਿੰਦੇ ਸਾਨੂੰ ਤਾਂ ਅਕਾਲ ਪੁਰਖ ਤੇ ਭਰੋਸਾ ਹੈ ਨਾ। ਗੁਰਦੇਵ ਕਹਿੰਦੇ ਹਨ, ਤਾਂ ਕੋ ਪ੍ਰਭੂ ਹਰੈ, ਜਿਹੜਾ ਹੰਕਾਰ ਦੇ ਵਿੱਚ ਉਲਟੀ ਮਤ ਕਰ ਲਏ, ਫਿਰ ਮਾੜਾ ਕੰਮ ਕਰਨ ਦਾ ਯਤਨ ਕਰੇ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਉਸ ਦੇ ਹੰਕਾਰ ਨੂੰ ਦੂਰ ਕਰ ਦਿੰਦਾ ਹੈ। ਭਇਓ ਹਰਨਾਕਸ ਪ੍ਰਹਲਾਦ ਸੋ ਵਿਰੋਧੀ ਬੜੋ। ਹੁਣ ਸਤਿਗੁਰੂ ਕਹਿੰਦੇ ਸੁਣ, ਹਰਨਾਕਸ਼ ਬੜਾ ਵੱਡਾ ਹੋਇਆ ਨਾ, ਤੇ ਜਿਹੜਾ ਪ੍ਰਹਿਲਾਦ ਜੀ ਸਨ ਉਹਨਾਂ ਦਾ ਵਿਰੋਧੀ ਬਣਿਆ ਹੈ। ਇੰਦਰ ਕੋ ਨਿਕਾਸ ਦੀਨ ਆਯੁਧ ਪ੍ਰਹਾਰ ਤੇ। ਇੰਨਾ ਬਲੀ ਸੀ ਹਰਨਾਕਸ਼ ਕੇ ਜਿਹੜਾ ਇੰਦਰ ਦੇਵਤਿਆਂ ਦਾ ਰਾਜਾ ਮੰਨਿਆ, ਉਹਨੂੰ ਵੀ ਉਹਦੇ ਸਿੰਘਾਸਨ ਤੋਂ ਉਠਾ ਕੇ ਭਜਾ ਦਿੱਤਾ। ਸਹਿ ਨ ਸਕੇ ਜਗਤੇਸ਼ ਨਰ ਸਿੰਘ ਭਇਓ ਲਗੀ। ਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਅਨੀਤੀ ਸਹਾਰੀ ਨਾ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਭਗਤਾਂ ਦਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਫਿਰ ਅਕਾਲ ਪੁਰਖ ਨੇ ਇਹ ਅਨੀਤੀ ਸਹਾਰੀ ਨਹੀਂ, ਨਰ ਸਿੰਘ ਰੂਪ ਧਾਰਨ ਕਰਕੇ ਪ੍ਰਗਟ ਹੋਏ ਜਗਤ ਵਿੱਚ। ਲਾਗੀ ਨਾ ਬਿਲੰਬ ਕੁਛ ਨਖਣ ਸੋ ਮਾਰਤੇ। ਫਿਰ ਦੱਸ ਉਹਨਾਂ ਨੂੰ ਕਿਹੜਾ ਦੇਰ ਲੱਗੀ, ਨੌਹਾਂ ਦੇ ਨਾਲ ਹਰਨਾਕਸ਼ ਨੂੰ ਪਾੜ ਸੁੱਟਿਆ। ਮਾਣ ਸੀ ਉਹਨੂੰ ਵੀ ਬੜਾ, ਕਹਿੰਦਾ ਸੀ ਸਾਰਿਆਂ ਨੂੰ, ਕਹੋ ਜਲੇ ਹਰਨਾਕਸ਼ ਥਲੇ ਹਰਨਾਕਸ਼, ਮੇਰੇ ਵਰਗਾ ਕੋਈ ਰਾਜਾ ਨਹੀਂ, ਮੈਂ ਹੂੰ ਰੱਬ ਹਾਂ। ਜਦੋਂ ਹੰਕਾਰ ਸਿਰ ਚੜ੍ਹ ਕੇ ਬੋਲਿਆ, ਇੱਥੋਂ ਤੱਕ ਕਿ ਬਲੀ ਜਿਹੜਾ ਦੇਵਤਿਆਂ ਦਾ ਰਾਜਾ ਇੰਦਰ, ਉਹਨੂੰ ਵੀ ਸਿੰਘਾਸਨ ਤੋਂ ਉਠਾ ਕੇ ਭਜਾ ਦਿੱਤਾ। ਜਦੋਂ ਪ੍ਰਹਿਲਾਦ ਦੇ ਉੱਤੇ ਜ਼ੁਲਮ ਕਰਨ ਲੱਗੇ ਨਾ, ਕਿਉਂਕਿ ਜਿਹੜਾ ਹੰਕਾਰੀ ਹੈ, ਰਾਜ ਤਾਂ ਪ੍ਰਾਪਤ ਹੋ ਗਿਆ, ਪਰ ਹੁਣ ਰਾਜ ਦਾ ਨਸ਼ਾ, ਸੱਤਾ ਦਾ ਨਸ਼ਾ ਸਿਰ ਚੜ੍ਹ ਕੇ ਬੋਲਿਆ। ਫਿਰ ਰੱਬ ਦੇ ਪਿਆਰਿਆਂ ਤੇ ਜਦੋਂ ਜ਼ੁਲਮ ਕਰਨ ਲੱਗਾ, ਤੇ ਅਕਾਲ ਪੁਰਖ ਜੀ ਨੇ ਨਰ ਸਿੰਘ ਰੂਪ ਧਾਰਨ ਕੀਤਾ, ਕਿੰਨਾ ਸੌਖਾ ਹਰਨਾਕਸ਼ ਨੂੰ ਮਾਰ ਦਿੱਤਾ। ਜਿਹੜੇ ਹਰਨਾਕਸ਼ ਨੇ ਵਰ ਲਏ ਸਨ, ਨਾ ਦਿਨੇ ਮਰਾ, ਨਾ ਰਾਤ ਨੂੰ, ਨਾ ਅੰਦਰ ਨਾ ਬਾਹਰ, ਨਾ ਆਕਾਸ਼ ਵੱਲ, ਨਾ ਧਰਤੀ ਤੇ, ਨਾ ਮਨੁੱਖ ਤੋਂ, ਨਾ ਜਾਨਵਰ ਤੋਂ, ਨਾ ਅਸਤਰ ਤੋਂ, ਨਾ ਸ਼ਸਤਰ ਤੋਂ। ਤੇ ਭਗਤ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ, ਹਰਨਾਕਸ਼ ਛੇਦਿਓ ਨਖ ਵਿਦਾਰ। ਥੰਮ ਤੋਂ ਪ੍ਰਗਟ ਹੋਏ, ਨੌਹਾਂ ਦੇ ਨਾਲ ਹਰਨਾਕਸ਼ ਨੂੰ ਪਾੜ ਦਿੱਤਾ। ਬਾਹੁਰ ਸੁਗਰੀਵ ਸੰਗ ਬਾਲੀ ਬਲ ਕੀਣ ਮਹਾ। ਫਿਰ ਸੁਗਰੀਵ ਦੇ ਨਾਲ ਜਿਹੜਾ ਬਾਲੀ ਸੀ, ਉਸ ਨੇ ਬਹੁਤਾ ਬਲ ਦਿਖਾਇਆ। ਰਾਮਚੰਦ ਆਗੇ ਨਹੀਂ ਅੜਕਿਓ ਬਿਦਾਰ ਤੇ। ਪਰ ਸ਼੍ਰੀ ਰਾਮਚੰਦਰ ਜੀ ਦੇ ਅੱਗੇ ਤ੍ਰੇਤਾ ਰਾਮ ਰਘੁਵੰਸ਼ ਕਹਾਇਓ। ਤ੍ਰੇਤੇ ਦੇ ਅਵਤਾਰ ਸ਼੍ਰੀ ਰਾਮ ਜੀ ਦੇ ਅੱਗੇ ਬਾਲੀ ਦਾ ਜ਼ੋਰ ਨਹੀਂ ਚੱਲਿਆ। ਕਪਟ ਪ੍ਰਵੀਨ ਇਹ ਪੁਰਾਤਨ ਕਹਾਣੀ ਸੁਣ। ਮਹਾਰਾਜ ਕਹਿੰਦੇ ਸੁਣ, ਜਿਹੜੇ ਕਪਟ ਵਿੱਚ ਪ੍ਰਵੀਨ ਹੁੰਦੇ ਨੇ ਨਾ, ਛਲ ਦੇ ਵਿੱਚ ਬਹੁਤ ਚਤੁਰ ਹੁੰਦੇ ਨੇ, ਆਪਣੇ ਆਪ ਨੂੰ ਤਾਕਤਵਰ ਮੰਨਦੇ ਨੇ, ਇਹ ਪੁਰਾਤਨ ਸਮੇਂ ਤੋਂ ਹੀ ਗੱਲ ਚੱਲੀ ਆ ਰਹੀ ਹੈ। ਔਰ ਭਇਓ ਰਾਵਣ ਵਿਸਾਲ ਬਲਵਾਨ ਹੈ। ਉਹ ਫਿਰ ਬਹੁਤਾ ਸਮਾਂ ਨਹੀਂ ਟਿਕਦੇ। ਜਿਹੜਾ ਰਾਵਣ ਹੋਇਆ ਉਹਦੀ ਵੀ ਸੁਣ ਲਓ, ਉਹ ਵੀ ਬੜਾ ਵੱਡਾ ਵਿਸ਼ਾਲ ਰਾਜਾ ਸੀ। ਜਹਾਂ ਕਹਾਂ ਓਜ ਤੇ ਅਨੀਤ ਮਹਾ ਠਾਨੀ ਜਗ। ਜਿੱਥੇ ਕਿਤੇ ਆਪਣੇ ਬਲ ਦੇ ਨਾਲ ਉਹਨੇ ਅਨੀਤੀ ਕੀਤੀ, ਮਾੜੇ ਕੰਮ ਕੀਤੇ, ਪਾਪ ਹੀ ਕੀਤਾ। ਇੰਦਰ ਆਦ ਦੇਵ ਨਰ ਦੇਵਨ ਕੁਹਾਨਤ ਹੈ। ਇੰਦਰ ਆਦ ਜਿਹੜੇ ਦੇਵਤੇ ਹਨ, ਮਨੁੱਖ ਨੇ, ਰਿਸ਼ੀ ਸਨ, ਉਹਨਾਂ ਨੂੰ ਬਹੁਤ ਦੁੱਖ ਦਿੱਤਾ।
ਤਾਪਸੀ ਸੋ ਬੇਸਤਰ ਰਾਘਵ ਵਿਸ਼ੇਸ਼ ਬਲ। ਫਿਰ ਸ਼੍ਰੀ ਰਾਮਚੰਦਰ ਜੀ ਨੇ ਬਹੁਤਾ ਬਲ ਧਾਰਨ ਕੀਤਾ। ਕਟਾਂਬਿਆਸ ਸ਼ੇਸ਼ ਜੁਤ ਕੀਨੇ ਅਵਸਾਨ ਹੈ। ਪਰਿਵਾਰ ਸਮੇਤ ਜਿਹੜਾ ਰਾਵਣ ਸੀ ਇਸ ਨੂੰ ਖਤਮ ਕੀਤਾ, ਇਸ ਨੂੰ ਨਾਸ਼ ਕਰ ਦਿੱਤਾ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੋਲ ਕੇ ਪ੍ਰਬਾਣੀ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ, ਲੰਕਾਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਜਿਹਨੂੰ ਬਾਣੀ ਵਿੱਚ ਮੂਰਖ ਕਿਹਾ ਹੋਵੇ ਨਾ, ਉਹਨੂੰ ਕੋਈ ਬੁੱਧੀਜੀਵ ਕਹਿੰਦੇ ਜੀ ਬੜਾ ਸਿਆਣਾ। ਹੋ ਸਕਦਾ ਗਿਆਨ ਬੜਾ ਹੋਵੇ, ਪਰ ਦੁਨਿਆਵੀ ਗਿਆਨ, ਗ੍ਰੰਥਾਂ ਦਾ ਗਿਆਨ ਇਕੱਠੇ ਕਰਨ ਵਾਲੇ ਨੂੰ ਬਾਣੀ ਨੇ ਗਿਆਨੀ ਨਹੀਂ ਮੰਨੇ। ਗਿਆਨੀ ਉਹ ਹੈ ਜਿਹੜਾ ਆਤਮ ਗਿਆਨੀ, ਜਿਹੜਾ ਲੋਕਾਂ ਦਾ ਭਲਾ ਕਰਦਾ ਹੈ, ਪਰਉਪਕਾਰ ਕਰਦਾ ਹੈ। ਪਰ ਬਾਣੀ ਤਾਂ ਕਹਿ ਰਹੀ ਮੂਰਖ ਰਾਵਣ ਕਿਆ ਲੈ ਗਿਆ। ਪਰ ਹੁਣ ਕਈ ਬੁੱਧੀਜੀਵ ਇਹ ਗੱਲ ਕਹਿੰਦੇ ਬੜਾ ਸਿਆਣਾ, ਬੜਾ ਵਿਦਵਾਨ ਸੀ। ਇਹ ਗੱਲ ਕਹਿ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਨੇ, ਜਾਂ ਬਾਣੀ ਦੇ ਜਿਹੜੇ ਅਰਥ ਨੇ ਉਹਨਾਂ ਨੂੰ ਬਦਲਣ ਦਾ ਯਤਨ ਕਰਦੇ ਨੇ। ਪਰ ਸਤਿਗੁਰਾਂ ਨੇ ਕਿਹਾ, ਮੋਹਰ ਲਾ ਦਿੱਤੀ ਹੈ ਕਿ ਰਾਵਣ ਮੂਰਖ ਸੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਸੁਣ, ਜੇ ਹਰਨਾਕਸ਼ ਦਾ ਜ਼ੋਰ ਨਾ ਚੱਲਿਆ ਅਕਾਲ ਪੁਰਖ ਦੇ ਅੱਗੇ, ਤੇ ਜ਼ੋਰ ਰਾਵਣ ਦਾ ਵੀ ਨਹੀਂ ਚੱਲਿਆ। ਗੰਜਨ ਗਰਭ ਰਿਪ ਭੰਜਨ ਬਿਲਾਂਦੇ ਓਜ। ਇਹ ਅਕਾਲ ਪੁਰਖ ਦਾ ਸੁਭਾਅ ਹੈ। ਰੰਜਨ ਭਗਤ ਮਦ ਸੂਦਨ ਕੀ ਬਾਣ ਹੈ। ਜਿਹੜਾ ਅਕਾਲ ਪੁਰਖ ਹੈ ਨਾ, ਉਹਦੀ ਬਾਣ ਆਦਤ ਹੈ ਕਿ ਉਹ ਭਗਤਾਂ ਨੂੰ ਸੁੱਖ ਦਿੰਦੇ ਨੇ। ਤੇ ਫਿਰ ਗਰਭ ਗੰਜਨ ਗਰਭ ਹੰਕਾਰ ਨੂੰ ਨਾਸ਼ ਕਰਦੇ ਨੇ। ਰਿਪ ਭੰਜਨ ਬਿਲੰਦ ਓਜ। ਜਿਨ੍ਹਾਂ ਹੰਕਾਰੀਆਂ ਵਿੱਚ ਬਹੁਤਾ ਬਲ ਤੇ ਬਹੁਤੀ ਤਾਕਤ ਹੈ ਨਾ, ਬਹੁਤੇ ਬਲ ਤੇ ਤਾਕਤ ਦਾ ਜਿਹੜੇ ਮਾਣ ਕਰ ਬੈਠਦੇ ਨੇ, ਇੱਕ ਦਿਨ ਉਹਨਾਂ ਦਾ ਹੰਕਾਰ ਹੀ ਉਹਨਾਂ ਨੂੰ ਨਾਸ਼ ਕਰ ਦਿੰਦਾ ਹੈ। ਤਾਂ ਭੂ ਰਾਜ ਤਾਂ ਮਿਲ ਜਾਂਦਾ ਹੈ, ਪਰ ਰਾਜ ਸੰਭਾਲਣਾ ਬਹੁਤ ਔਖਾ ਹੈ। ਉਹ ਸੋਚਦੇ ਹਨ ਕਿ ਅਸੀਂ ਰਾਜੇ ਹਾਂ, ਪਰ ਗੁਰੂ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕੋ ਹਰ ਸਮਾਨ ਨਹੀਂ ਰਾਜ। ਅਕਾਲ ਪੁਰਖ ਵਾਹਿਗੁਰੂ ਦੇ ਸਮਾਨ ਕੋਈ ਰਾਜਾ ਨਹੀਂ। ਉਹ ਤਾਂ ਇੱਕ ਛਿਣ ਵਿੱਚ ਚਾਹੇ ਸੁਲਤਾਨਾ ਕਾਹੂ ਕਰਾਏਂਦਾ। ਇੱਕ ਛਿਣ ਵਿੱਚ ਵੱਡੇ ਵੱਡੇ ਸੁਲਤਾਨਾਂ ਨੂੰ ਘਾਹ ਪੁੱਟਣ ਲਾ ਦੇਵੇ। ਇੱਕ ਛਿਣ ਵਿੱਚ ਕੀੜਾ ਥਾਪ ਦੇ ਪਾਤਸ਼ਾਹੀ। ਆਮ ਜੇ ਮਨੁੱਖ ਨੂੰ ਉਹ ਪਾਤਸ਼ਾਹ ਬਣਾ ਦੇਵੇ। ਇਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੀਆਂ ਵਡਿਆਈਆਂ। ਪਰ ਜਿਹੜਾ ਰਾਜ ਲੈ ਕੇ ਮਾਣ ਕਰਦਾ ਹੈ ਨਾ, ਮਹਾਰਾਜ ਕਹਿੰਦੇ ਹਰਨਾਕਸ਼ ਬਹੁਤ ਵੱਡਾ ਹੋਇਆ, ਉਹਦਾ ਮਾਣ ਨਾ ਚੱਲਿਆ। ਰਾਵਣ ਬਹੁਤ ਵੱਡਾ ਹੋਇਆ, ਉਹਦੇ ਮਾਣ ਨੂੰ ਅਕਾਲ ਪੁਰਖ ਨੇ ਖਤਮ ਕੀਤਾ। ਕਿਉਂਕਿ ਉਹਦਾ ਸੁਭਾਅ ਹੈ, ਉਹ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਤੇ ਮਾਨੀਆਂ ਦੇ ਮਾਨ ਨੂੰ ਤੋੜਦਾ ਹੈ। ਪਾਪਮਤੀ ਯੌਰ ਸੁਣ ਗੁਣ ਮਦ ਸੂਦਨ ਕੇ। ਪਾਪਮਤੀ ਹੋਰ ਸੁਣ ਗੁਣ ਮਦ ਸੂਦਨ ਕੇ। ਮਦ ਸੂਦਨ ਨਾਮ ਹੈ ਅਕਾਲ ਪੁਰਖ ਪਰਮੇਸ਼ਰ ਦਾ। ਉਹ ਪਰਮੇਸ਼ਰ ਦੇ ਤੈਨੂੰ ਗੁਣ ਦਸੀਏ। ਭਇਓ ਹੈ ਦੁਰਯੋਧਨ ਨਰੇਸ਼ ਕੌਰਵਾਨ ਕੋ। ਹਾਂ, ਕੌਰਵਾਂ ਵਿੱਚੋਂ ਜਿਹੜਾ ਦੁਰਯੋਧਨ ਇਹ ਵੱਡਾ ਰਾਜਾ ਹੋਇਆ ਹੈ। ਪਾਂਡਵ ਨਿਕਾਰ ਕੇ ਹੰਕਾਰ ਕੋ ਉਦਾਰ ਕਰ। ਪਾਂਡਵਾਂ ਨੂੰ ਰਾਜ ਵਿੱਚੋਂ ਬਾਹਰ ਕੱਢ ਦਿੱਤਾ। ਇਸ ਗੱਲ ਦਾ ਕੌਰਵਾਂ ਨੂੰ ਬਹੁਤ ਜ਼ਿਆਦਾ ਮਾਣ ਹੋ ਗਿਆ ਸੀ। ਸਾਰੋ ਰਾਜ ਲੀਨ ਜਾਣੈ ਮੋਹਿ ਨਾ ਸਮਾਨ ਕੋ। ਇਹਨਾਂ ਸਾਰਾ ਰਾਜ ਭਾਗ ਕੌਰਵਾਂ ਦਾ ਕੌਰਵਾਂ ਨੇ ਪਾਂਡਵਾਂ ਦਾ ਲੈ ਲਿਆ। ਮਨ ਵਿੱਚ ਸੋਚਦਾ ਸੀ ਦੁਰਯੋਧਨ ਕਿ ਮੇਰੇ ਵਰਗਾ ਤਾਕਤ ਬਲੀ ਕੋਈ ਨਹੀਂ ਹੈ। ਬਲ ਤੇ ਅਨੀਤ ਕਰ ਬੁੱਧ ਵਿਪਰੀਤ ਕਰ। ਫਿਰ ਬਲ ਕਰਕੇ ਕੀ ਕੀਤਾ? ਅਨੀਤੀ ਕੀਤੀ। ਸਭ ਤੋਂ ਵੱਡੀ ਅਨੀਤੀ ਕੀਤੀ ਕਿ ਦ੍ਰੁਪਦਾ ਨੂੰ ਭਰੇ ਸਭਾ ਦੇ ਵਿੱਚ ਉਹਦਾ ਨੰਗੇਜ ਜਿਹੜਾ ਸੀ ਉਹਨੂੰ ਕਰਨਾ ਚਾਹਿਆ। ਪਰ ਜਿਹਦੀ ਪੱਤ ਅਕਾਲ ਪੁਰਖ ਰੱਖੇ, ਉਹਦੀ ਪੱਤ ਕੌਣ ਲਾ ਸਕਦਾ ਸੀ? ਬਲ ਕਰਕੇ ਅਨੀਤੀ ਕੀਤੀ ਹੈ ਇਸਨੇ। ਭਾਣ ਜੋਗ ਮੀਤ ਕਰ ਮਹਾ ਮਨ ਮਾਨ ਕੋ। ਮਨ ਵਿੱਚ ਬੜਾ ਮਾਣ ਸੀ ਕਿ ਕਰਨ ਵੀ ਮੇਰਾ ਮਿੱਤਰ ਹੈ। ਜੰਗ ਵਿੱਚ ਹਾਰਿਓ ਮਾਰ ਡਰ ਨਾ ਸੰਭਾਰਿਓ ਬਲ। ਪਰ ਜੰਗ ਦੇ ਵਿੱਚ ਹਾਰਿਆ, ਜੰਗ ਵਿੱਚ ਹਾਰਿਓ ਮਾਰ ਡਾਰਿਓ ਨਾ ਸੰਭਾਰਿਓ ਬਲ। ਮਾਰ ਦਿੱਤਾ ਫਿਰ ਦੁਰਯੋਧਨ ਨੂੰ। ਇੰਨਾ ਬਲੀ ਸੀ, ਇਹਦਾ ਬਲ ਇਹਦੇ ਕੋਲੋਂ ਸੰਭਾਲਿਆ ਨਾ ਗਿਆ। ਕੌਣ ਨਾ ਬਿਦਾਰਿਓ ਜੋ ਹੰਕਾਰਿਓ ਅਗ ਠਾਨ ਕੋ। ਗੁਰਦੇਵ ਕਹਿੰਦੇ ਦੱਸ ਕੇ ਜਿਹਨੇ ਪਾਪ ਕੀਤੇ ਨੇ ਬਲ ਧਾਰ ਕੇ, ਉਹਨਾਂ ਪਾਪੀਆਂ ਨੂੰ ਕੌਣ ਨਾ ਬਿਦਾਰਿਓ ਹੰਕਾਰਿਓ ਅਗ ਠਾਨ ਕੈ। ਜਿਹੜੇ ਹੰਕਾਰੀ ਬਣੇ ਪਾਪੀ, ਉਹਨਾਂ ਨੂੰ ਕਿਹਨਾਂ ਨੂੰ ਬਖਸ਼ਿਆ? ਅਕਾਲ ਪੁਰਖ ਨੇ। ਜਿਹੜਾ ਸੋਚਦਾ ਮੈਂ ਬਹੁਤਾ ਬਲੀ, ਮੇਰੇ ਸਮਾਨ ਸੰਸਾਰ 'ਚ ਨਹੀਂ ਕੋਈ, ਵੱਡੇ ਵੱਡੇ ਹੰਕਾਰੀਆਂ ਦਾ ਮਾਣ ਅਕਾਲ ਪੁਰਖ ਨੇ ਦੂਰ ਕੀਤਾ ਹੈ। ਬੜੇ ਬੜੇ ਗਿਣੇ ਲਗ ਭਏ ਤਿਨ ਕੌਣ ਭਣੈ। ਇਹ ਤਾਂ ਅਸੀਂ ਵੱਡੇ ਵੱਡੇ ਗਿਣੇ ਨੇ। ਹਰਨਾਕਸ਼ ਵੱਡਾ ਸੀ, ਰਾਵਣ ਵੱਡਾ ਸੀ, ਬਾਲੀ ਵੱਡਾ ਸੀ, ਇਹ ਕੌਰਵ ਵੱਡੇ ਸਨ। ਇਹ ਤਾਂ ਵੱਡੇ ਵੱਡੇ ਗਿਣ ਕੇ ਦੱਸੇ ਨੇ, ਪਰ ਛੋਟੇ ਛੋਟੇ ਐਸੇ ਅਨੇਕਾਂ ਹੀ ਹੋਏ ਹਨ। ਦੁਜਨ ਗਮਾਨੀ ਹਣੈ ਬਾਣ ਭਗਵਾਨ ਕੀ। ਹਾਂ, ਬਾਣ ਭਗਵਾਨ ਕੀ। ਅਕਾਲ ਪੁਰਖ ਦਾ ਸੁਭਾਅ ਹੈ
ਕਿ ਜਿਹੜੇ ਦੁਰਜਨ ਦੁਸ਼ਟ ਨੇ ਉਹਨਾਂ ਦੇ ਮਨ ਨੂੰ ਉਹ ਅਕਾਲ ਪੁਰਖ ਦੂਰ ਕਰ ਦਿੰਦਾ ਹੈ। ਤੂੰ ਤੋਂ ਏਕ ਜੰਤ ਕਹਾਂ ਬਲ ਕੋ ਗਰਭ ਧਰੈ। ਤੂੰ ਤਾਂ ਬਹੁਤ ਛੋਟਾ ਜਿਹਾ ਉਹਦੇ ਪਰਮਾਤਮਾ ਦੇ ਅੱਗੇ ਛੋਟਾ ਜਿਹਾ ਉਹਦਾ ਜੰਤ ਹੈ, ਤੂੰ ਕਾਹਦਾ ਮਾਣ ਧਾਰ ਕੇ ਬੈਠਾ ਹੈ। ਬਾਂਕੋ ਰੋਮ ਹੋਏ ਹੈ ਨਾ ਜਤਨ ਮਹਾਨ ਕੀ। ਹਾਂ, ਨਾ ਜਤਨ ਮਹਾਨ ਕੀ, ਤੇਥੋਂ ਵਾਲ ਵਿੰਗਾ ਨਹੀਂ ਹੋ ਸਕਦਾ ਭਾਵੇਂ ਤੂੰ ਅਨੇਕਾਂ ਯਤਨ ਕਰ ਲੈ। ਸਗਰੇ ਤੁਰਕ ਮਿਲ ਆਵੈ ਨਾ ਗੁਰਾਈ ਪਾਵੈ। ਸਾਰੇ ਤੁਰਕ ਮਿਲ ਕੇ ਦਿੱਲੀ ਤੋਂ ਆ ਜਾਣ, ਕਿਉਂਕਿ ਤੈਨੂੰ ਮਾਣ ਤੇ ਦਿੱਲੀ ਦਾ ਹੀ ਹੈ ਨਾ, ਤੂੰ ਸਾਰੀ ਦਿੱਲੀ ਨੂੰ ਸਾਰੇ ਤੁਰਕਾਂ ਨੂੰ ਇਕੱਠੇ ਕਰਕੇ ਲੈ ਆਵੇਂ, ਪਰ ਜਿਹਦੀ ਅਕਾਲ ਪੁਰਖ ਰੱਖਿਆ ਕਰਨ ਵਾਲਾ ਹੋਵੇ ਉਹਦਾ ਇੱਕ ਵਾਲ ਵੀ ਵਿੰਗਾ ਜਿਹੜੇ ਅਨੇਕਾਂ ਤੁਰਕ ਲੱਖਾਂ ਨਹੀਂ ਕਰ ਸਕਦੇ। ਬਾਦ ਸਭ ਜਾਵੈ ਪਛਤਾਵੈ ਹਿਤ ਹਾਨ ਕੀ। ਮਹਾਰਾਜ ਕਹਿੰਦੇ ਤੈਨੂੰ ਗੱਲ ਸਮਝਾ ਰਹੇ ਆ ਤੇਰੇ ਹਿੱਤ ਦੀ, ਤੇਰੇ ਭਲੇ ਦੀ। ਐਸੇ ਮਨ ਜਾਣ ਕੈ ਵਿਚਾਰੇ ਉਰ ਠਾਨ ਕੈ। ਇਹ ਗੱਲ ਸਾਡੀ ਮਨ ਤੇ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ। ਸਮਝ ਲਿਓ ਸਿਆਣ ਕੋ ਸਮਾਨ ਮਤਵਾਨ ਕੀ। ਸਿਆਣਾ ਬਣ ਤੇ ਸਾਡੀ ਗੱਲ ਸਿਆਣਿਆਂ ਵਾਲੀ ਇਹ ਤੂੰ ਮਨ ਵਿੱਚ ਸਮਝ ਲੈ। ਜੇ ਤੈਨੂੰ ਮਾਣ ਹੈ ਪੈਸੇ ਦਾ, ਜੇ ਤੈਨੂੰ ਮਾਣ ਹੈ ਉਹ ਬਾਦਸ਼ਾਹੀ ਦਾ ਕਿ ਉਹ ਤੇਰੇ ਮਿੱਤਰ ਹਨ, ਤੂੰ ਭਾਵੇਂ ਲੱਖਾਂ ਫੌਜਾਂ ਨੂੰ ਇਕੱਠਾ ਕਰਕੇ ਤੁਰਕਾਂ ਨੂੰ ਲੈ ਆ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ। ਜੇ ਗੁਰੂ ਵੱਲ ਹੋਵੇ, ਅਕਾਲ ਪੁਰਖ ਵੱਲ ਹੋਵੇ ਤੇ ਲੱਖਾਂ ਬਾਹਾਂ ਵੀ ਕੁਝ ਉਹਦਾ ਵਿਗਾੜ ਨਹੀਂ ਸਕਦੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਬਾਬੇ ਪ੍ਰਿਥੀ ਚੰਦ ਨੂੰ ਸਿੱਖਿਆ ਦਿੱਤੀ, ਪਰ ਅਹੰਕਾਰੀ ਬੁੱਧੀ ਕਿੱਥੇ ਮੰਨਦੀ ਸੀ। ਜਿਸ ਤਰ੍ਹਾਂ ਬਾਬੇ ਮਹਾਦੇਵ ਨੇ ਵੀ ਸਮਝਾਇਆ, ਉਹਨਾਂ ਨਾਲ ਵੀ ਝਗੜੇ ਹਨ। ਬਾਅਦ ਵਿੱਚ ਆਪਣਾ ਰੁਖ ਜਿਹੜਾ ਸੀ ਉਹ ਦਿੱਲੀ ਵੱਲ ਕੀਤਾ। ਅੱਜ ਤੋਂ ਨਹੀਂ ਰੁਖ ਦਿੱਲੀ ਵੱਲ ਹੋਣ ਲੱਗੇ, ਇਹ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਚੱਲਦਾ ਆਇਆ ਕਿ ਜਿਹੜੇ ਹੰਕਾਰੀ ਲੋਕ ਸਨ ਉਹਨਾਂ ਦਾ ਮੁੱਖ ਹਮੇਸ਼ਾ ਬਾਦਸ਼ਾਹੀ ਤਖਤਾਂ ਵੱਲ ਰਿਹਾ। ਪਰ ਇਹ ਸੱਚੇ ਦਾ ਤਖਤ ਹੈ, ਇਸ ਤਖਤ ਦੇ ਨਾਲ ਜਿੰਨੇ ਵੀ ਮੱਥਾ ਲਾਇਆ ਉਹ ਗਰਕ ਹੀ ਹੋਇਆ ਹੈ। ਇਹ ਇਤਿਹਾਸ ਗਵਾਹ, ਤਵਾਰੀਖ ਗਵਾਹ ਹੈ। ਰਹਿੰਦੀ ਵਿਚਾਰ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਸਾਗਰੇ ਤੁਰਕ ਮਿਲ ਆਵੇ ਨਾ ਗੁਰਾਈ ਪਾਵੈ, ਬਾਦ ਸਭ ਜਾਵੇਂ ਪਛਤਾਵੈ ਹਿਤ ਹਾਨ ਕੀ। ਐਸੇ ਮਨ ਜਾਣ ਕੈ ਵਿਚਾਰੇ ਉਰ ਠਾਨ ਕੈ, ਸਮਝ ਲਿਓ ਸਿਆਣ ਮਤਵਾਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।